2007 ਦੇ ਵਿੱਚ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਨੇ ਬਰਨਾਲੇ ਤੋਂ ਪਹਿਲੀ ਵਾਰ ਇਲੈਕਸ਼ਨ ਲੜੀ ਸੀ। ਪਤਾ ਨਹੀਂ ਕੀ ਕਾਰਨ ਆ, ਮੈਨੂੰ ਤਾਂ ਇਹ ਲੱਗਦਾ ਵੀ ਉਹ ਪੋਲੀਟੀਸ਼ੀਅਨ ਨਹੀਂ ਹੈਗੇ, ਇੱਕ ਵਪਾਰੀ ਹੈ ਜੋ ਕਿਸੇ ਚੀਜ਼ ਵਿੱਚ ਆਪਣਾ ਫਾਇਦਾ ਦੇਖ ਰਿਹਾ। ਜਦ ਅੱਜ ਇਹ ਬੰਦੇ ਦੀ ਲੋੜ ਹੈਗੀ ਆ ਤਾਂ ਉਹਨੂੰ ਮੂਹਰੇ ਰੱਖ ਰਿਹਾ, ਜਦੋਂ ਉਹਦੀ ਲੋੜ ਨਹੀਂ ਤਾਂ ਇਲੈਕਸ਼ਨ ਤੋਂ 5 7 10 ਦਿਨਾਂ ਬਾਅਦ ਐਂ ਭੁਲਾ ਦਿੰਦੇ ਆ ਜਿਵੇਂ ਇਹ ਬੰਦੇ ਨੂੰ ਮਿਲਿਆ ਹੀ ਨਹੀਂ। ਬਿਲਕੁਲ ਕੀ ਚਾਹੁੰਦਾ ਹੈ, ਸਾਨੂੰ ਕੀ ਕਰਨਾ ਚਾਹੁੰਦਾ। ਜਲਾਲਤ ਤੋਂ ਵੱਧ ਟਕਸਾਲੀ ਜਿਹੜੇ ਵਰਕਰ ਆ ਉਹਨਾਂ ਨੂੰ ਮੇਰਾ ਖਿਆਲ ਤਾਂ ਕੁਛ ਨਹੀਂ ਮਿਲਿਆ। MLA ਹੁੰਦੇ ਰਹਿ ਕੇ ਅਸੀਂ ਕੀ ਕੰਮ ਕੀਤਾ ਉਹ ਵੀ ਦੱਸਣਾ ਚਾਹੀਦਾ ਲੋਕਾਂ ਨੂੰ। ਆਪਾਂ ਕਰਦੇ ਹਾਂ ਵਿਕਾਸ ਦੀ ਗੱਲ ਵੀ ਉਹ ਲੋਕਾਂ 'ਚ ਕਹਿੰਦੇ ਆ ਵਿਕਾਸ ਕੀਤਾ, ਮੈਂ ਪੈਸੇ ਲੈ ਕੇ ਆਏ ਜਾਂ ਹੋਰ ਆ। ਫਿਰ ਜਿਹੜੀ ਕਰਪਸ਼ਨ ਹੋ ਰਹੀ ਹੈ ਇਹਦੇ ਸਿਹਦਾ ਵੀ ਲੈਣਾ ਚਾਹੀਦਾ। ਲੋਕ ਗਰਾਊਂਡ ਲੈਵਲ ਤੇ ਜੋ ਮਿਊਨਿਸਪੈਲਿਟੀ ਦੇਖੋ, ਜੇ ਲੋਕਾਂ ਦੇ ਹੱਕ 'ਚ ਲੋਕਾਂ ਦੇ ਹੱਕਾਂ ਪ੍ਰਤੀ ਆਵਾਜ਼ ਉਠਾਉਣਾ, ਭ੍ਰਿਸ਼ਟਾਚਾਰ ਦੀ ਆਵਾਜ਼ ਖਿਲਾਫ ਆਵਾਜ਼ ਉਠਾਉਣਾ, ਇਸ ਚੀਜ਼ ਨੂੰ ਵਿਰੋਧ ਸਮਝ ਲਿਆ ਤਾਂ ਅਸੀਂ ਹਰ ਤਰੀਕੇ ਦੇ ਨਾਲ ਇਸ ਚੀਜ਼ ਦਾ ਵਿਰੋਧ ਕਰਾਂਗੇ। ਜੋ ਸਾਡੇ ਤੇ ਕਾਰਵਾਈ ਬਣਦੀ ਆ ਉਹ ਸਾਡੇ ਤੇ ਕਰ ਦੇਣੀ ਚਾਹੀਦੀ। ਅਸੀਂ ਕਾਂਗਰਸ ਗੱਲ ਨਿਕਲਦੀ ਹੈ, ਤੁਸੀਂ ਇੱਕ ਜ਼ਿਕਰ ਕੀਤਾ ਟਰਾਈਡੈਂਟ ਵਾਲੇ ਰਜਿੰਦਰ ਗੁਪਤਾ ਜੀ ਦਾ। ਹਾਂਜੀ ਠੀਕ ਹੈ, ਉਹਨਾਂ ਨੇ ਸਹਿਯੋਗ ਦਿੱਤਾ, ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ। ਤੇ ਪਰ ਉਹਨਾਂ ਦੀ ਹਾਲਤ ਤਾਂ ਚੱਕਵੇਂ ਚੁੱਲ੍ਹੇ ਵਾਲੀ ਬਣੀ ਹੋਈ ਹੈ ਵੀ ਉਹ ਕਿਤੇ ਉਹ ਜੇ ਅਕਾਲੀ ਦਲ ਤੇ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਸੰਦੀਪ ਗੋਇਲ ਜੀ SSP ਬਰਨਾਲਾ। ਇੱਥੇ ਉਹਨਾਂ ਨੇ ਕੋਵਿਡ ਦੇ ਸਮੇਂ ਵਿੱਚ ਉਹ ਕੰਮ ਕੀਤਾ ਸ਼ਾਇਦ ਕੋਈ ਵਿਅਕਤੀ ਨਾ ਕਰ ਸਕਦਾ। ਸੂਬਾ ਦਾ ਚਰਚਾ ਚੱਲਦੀ ਵੀ ਸੰਦੀਪ ਗੋਇਲ ਆ ਜਿਹੜੇ ਉਹ ਬਰਨਾਲਾ ਟੂਡੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਿੰਦਰ ਵਿੱਕਾ ਖਰੀਆਂ ਗੱਲਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ। ਸਾਡੇ ਨਾਲ ਅੱਜ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਮਹੇਸ਼ ਕੁਮਾਰ ਲੋਟਾ, ਸੀਨੀਅਰ ਕਾਂਗਰਸੀ ਆਗੂ ਤੇ ਜਿਹੜੇ 4 ਵਾਰ ਇਹ ਨਗਰ ਕੌਂਸਲ ਦੇ ਮੈਂਬਰ ਰਹਿ ਚੁੱਕੇ ਨੇ। ਧੜੱਲੇਦਾਰ ਆਵਾਜ਼ ਉਠਾਉਣ ਦੇ ਵਿੱਚ ਮਹੇਸ਼ ਲੋਟਾ ਜੀ ਦੀ ਪਛਾਣ ਹੈ। ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਉਹ ਇਹ ਹੈ ਵੀ ਆਖਰ ਸੜਕਾਂ ਤੇ ਆਈ ਬਰਨਾਲਾ ਹਲਕੇ 'ਚ ਕਾਂਗਰਸੀ ਧੜੇਬੰਦੀ ਦੀ ਜਿਹੜੀ ਸੁਲਗਦੀ ਅੱਗ ਸੀ। ਕਾਫੀ ਸਮੇਂ ਤੋਂ ਕਾਂਗਰਸ ਦੀ ਧੜੇਬੰਦੀ ਦੀ ਜਿਹੜੀ ਅੱਗ ਹੈ ਉਹ ਅੰਦਰ ਹੀ ਅੰਦਰ ਸੁਲਗਦੀ ਸੀ। ਪਰ ਜਦੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜੀ ਪਿਛਲੇ ਦਿਨੀ ਬਰਨਾਲਾ ਹਲਕੇ ਦੇ ਵਿੱਚ ਇੱਥੇ ਬਰਨਾਲਾ ਸ਼ਹਿਰ ਦੇ ਵਿੱਚ ਆਏ ਤਾਂ ਉਦੋਂ 2 ਧੜਿਆਂ ਦੇ ਵਿੱਚ ਕਾਂਗਰਸ ਵੰਡੀ ਹੋਈ ਦਿਖੀ। ਭਾਵੇਂ ਪਹਿਲਾਂ ਵੀ ਵਿਰੋਧ ਹੁੰਦਾ ਰਿਹਾ, ਉਹ ਇੱਕਾ ਦੁੱਕਾ ਵਿਰੋਧ ਸੀ, ਪਰ ਵੱਜਵੇਂ ਰੂਪ ਦੇ ਵਿੱਚ ਜਿਹੜਾ ਇੱਕ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਵਿਰੋਧ ਸੀ ਉਹ ਇੱਕ ਵੱਖਰਾ ਇਹ ਕੇਵਲ ਸਿੰਘ ਢਿੱਲੋਂ ਦੀ ਜਾਣੀ ਅਗਵਾਈ ਨੂੰ ਚੁਣੌਤੀ ਦੇਣ ਵਾਲਾ ਜਿਹੜਾ ਇਕੱਠ ਸੀ ਜਿਹੜਾ ਉਹ ਰੈਸਟ ਹਾਊਸ ਬਰਨਾਲਾ 'ਚ ਦੇਖਣ ਨੂੰ ਮਿਲਿਆ। ਉੱਥੇ ਵੀ ਰਾਣਾ ਗੁਰਜੀਤ ਸਿੰਘ ਭਾਵੇਂ ਪੈਰ ਮਲ ਕੇ ਨਿਕਲ ਗਏ ਪਰ ਉੱਥੇ ਉਹਨਾਂ ਨੂੰ ਕਾਂਗਰਸੀ ਜਿਹੜੇ ਵਰਕਰ ਸੀ, ਆਗੂ ਸੀ, ਉਹਨਾਂ ਦੇ ਇਕੱਠ ਦੇ ਵਿੱਚ ਰੁਕਣਾ ਪਿਆ, ਉਹਨਾਂ ਦੀ ਗੱਲ ਸੁਣਨੀ ਪਈ। ਲੋਟਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੇ ਪ੍ਰੋਗਰਾਮ ਸ਼ਾਮਲ ਹੋਏ ਹੋ। ਧੰਨਵਾਦ ਜੀ ਨਿੱਕਾ ਜੀ, ਬਹੁਤ ਬਹੁਤ। ਜਿਹੜੀ ਕਾਂਗਰਸ ਪਾਰਟੀ ਜਿਵੇਂ ਜਿਹੜੇ ਚੋਣਾਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀ ਮਿਸ਼ਨ 2022 ਹੈ ਜਿਹੜਾ ਸਾਰੀਆਂ ਪਾਰਟੀਆਂ ਚਲਾ ਰਹੀਆਂ ਉਹ ਸਿਰ 'ਤੇ ਨੇ। ਦੂਜੇ ਪਾਸੇ ਕਾਂਗਰਸ ਪਾਰਟੀ ਦੀ ਜਿਹੜੀ ਧੜੇਬੰਦੀ ਹੈ ਅੱਗੇ ਤਾਂ ਅੱਗ ਉਹਦੀ ਸੁਲਗਦੀ ਕਦੇ ਦਿਸਦੀ ਸੀ। ਹੁਣ ਜਦੋਂ ਰਾਣਾ ਗੁਰਜੀਤ ਸਿੰਘ ਜੀ ਆਏ ਨੇ ਕੈਬਨਿਟ ਮੰਤਰੀ ਉਦੋਂ ਤਾਂ ਬਿਲਕੁਲ ਸੜਕ 'ਤੇ ਆ ਗਈ। ਤੁਹਾਨੂੰ ਕੀ ਲੱਗਦਾ ਵੀ ਇਹ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਧੜੇਬੰਦੀ ਦਾ ਪੈਦਾ ਹੋਣਾ ਹੈ ਉਹ ਕਾਂਗਰਸ ਦੇ ਲਈ ਕਾਂਗਰਸ ਦੀ ਸਿਹਤ ਲਈ ਕਿਹੋ ਜਿਹਾ? ਦੇਖੋ ਨਿੱਕਾ ਜੀ, 2007 ਦੇ ਵਿੱਚ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਨੇ ਬਰਨਾਲੇ ਤੋਂ ਪਹਿਲੀ ਵਾਰ ਇਲੈਕਸ਼ਨ ਲੜੀ ਸੀ। ਬਰਨਾਲੇ ਦੇ ਲੋਕਾਂ ਨੂੰ ਬਹੁਤ ਆਸਾਂ ਉਮੀਦਾਂ ਸੀਗੀਆਂ ਵੀ ਬੜਾ ਤਕੜਾ ਬੰਦਾ ਇੱਥੇ ਚੋਣ ਲੜਨ ਆਇਆ ਹੈਗਾ ਤੇ ਸਾਰੇ ਵਰਕਰਾਂ ਨੂੰ ਇੱਕ ਮਾਲਾ ਵਿੱਚ ਪਰੋ ਕੇ ਰੱਖੂਗਾ। ਬੇਸ਼ੱਕ 2007 ਦੇ ਵਿੱਚ ਸਾਰੇ ਵਰਕਰਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੀ, ਧੜੇਬੰਦੀ ਤੋਂ ਉੱਪਰ ਉੱਠ ਕੇ ਵੀ ਆਪਦੀ ਜੀ ਜਾਨ ਨਾਲ ਮਦਦ ਕੀਤੀ, ਜਿਹਦਾ ਮੈਂ ਵੀ ਅਕਾਲੀ ਦਲ ਬੰਨਿਓ ਤਸ਼ੱਦਦ ਦਾ ਸ਼ਿਕਾਰ ਰਿਹਾ। 2-3 ਮਹੀਨੇ ਆਪਦਾ ਘਰ ਛੱਡਣਾ ਪਿਆ। ਜੋ ਪਾਰਟੀ ਦੀ ਸੇਵਾ ਕਰ ਸਕਦੇ ਸੀ, ਜਿੰਨੀ ਕਰ ਸਕਦੇ ਸੀ ਉਨੀ ਕੀਤੀ। ਉਦੋਂ ਬਾਅਦ 2012 ਦੀ ਚੋਣ ਆਈ, ਫਿਰ 2017 ਦੇ ਵਿੱਚ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਨੇ ਚੋਣ ਲੜੀ, ਉਦੋਂ ਉਹ ਹਾਰ ਗਏ। ਪਰ ਇੱਕ ਚੀਜ਼ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ, ਜਿਹੜੇ ਚਿਹਰੇ 2007 'ਚ ਸੀਗੇ ਟਕਸਾਲੀ ਕਾਂਗਰਸੀਆਂ ਦੇ, ਉਹਨਾਂ 'ਚੋਂ ਬਹੁਤੇ ਚਿਹਰੇ 2012 ਵਿੱਚ ਨਹੀਂ ਸੀ। ਜਿਹੜੇ ਚਿਹਰੇ 2012 ਵਿੱਚ ਸੀ ਉਹ 2017 ਵਿੱਚ ਨਹੀਂ ਸੀ। ਚਲੋ ਚੋਣ ਹਾਰ ਗਏ। 2019 'ਚ ਆ ਕੇ ਪਾਰਲੀਮੈਂਟ ਦੀ ਚੋਣ ਲੜੀ, ਉਹ ਵੀ ਚੋਣ ਅਸੀਂ ਹਾਰ ਗਏ। ਮੇਰਾ ਕਹਿਣ ਦਾ ਹਾਰ ਦਾ ਅੰਤਰ ਵੀ ਵੱਧ ਗਿਆ 2017 ਨਾਲੋਂ 2019 'ਚ ਹਾਰ ਦਾ ਅੰਤਰ ਹੈ ਜਿਹੜਾ ਉਹ ਵੱਧ ਗਿਆ। ਦੇਖੋ ਉਦੋਂ ਜਦੋਂ ਆਪ ਦੇ ਉਮੀਦਵਾਰ ਸ਼੍ਰੀ ਗੁਰਮੀਤ ਸਿੰਘ ਹੇਰ ਜੀ ਉਦੋਂ ਚੋਣ ਜਿੱਤੇ ਆ, ਉਦੋਂ ਮੇਰਾ ਖਿਆਲ ਅੰਤਰ ਜਿਹੜਾ ਸੀ ਉਹ 2200-2400 ਵੋਟਾਂ ਦਾ ਸੀ। ਜਦੋਂ ਅਸੀਂ ਪਾਰਲੀਮੈਂਟ ਵੇਲੇ ਚੋਣ ਲੜੀ ਆ
ਤਾਂ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਅੰਤਰ ਵੱਧ ਕੇ 5000 ਕ੍ਰਾਸ ਕਰ ਗਿਆ ਤੇ ਸੰਗਰੂਰ ਪਾਰਲੀਮੈਂਟ ਹਲਕਾ ਲਗਭਗ ਅਸੀਂ ਲੱਖ ਤੋਂ ਸਵਾ ਲੱਖ ਵੋਟ ਦੇ ਵਿੱਚ ਹਾਰ ਗਏ। ਮੈਨੂੰ ਇਹ ਚੀਜ਼ 'ਚ ਕਹਿਣ 'ਚ ਕੋਈ ਗਰੇਜ ਨਹੀਂ, ਮੈਂ ਬੜੀ ਇਹ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਸਰਦਾਰ ਕੇਵਲ ਸਿੰਘ ਢਿੱਲੋਂ ਜੀ, ਮੇਰੀ ਆਪਦੀ ਸੋਚਣੀ ਆ, ਹੋ ਸਕਦਾ ਕਿਸੇ ਨੂੰ ਮੇਰੀ ਗੱਲ ਪਸੰਦ ਆਵੇ ਜਾਂ ਨਾ ਆਵੇ, ਜਿਹੜੇ ਵਰਕਰ 2007 'ਚ 2012 'ਚ 2017 'ਚ 2019 'ਚ, ਹਾਲਾਂਕਿ ਅਸੀਂ ਆਪਣੀ ਹੈਸੀਅਤ ਤੋਂ ਵੱਧ ਜੋ ਕੰਮ ਸਾਨੂੰ ਪਾਰਟੀ ਨੇ ਸੌਂਪਿਆ ਉਹ ਬੂਥ ਲੈਵਲ ਦਾ ਸੀ, ਲੰਗਰ ਦਾ ਸੀ, ਟਰਾਂਸਪੋਰਟ ਦਾ ਸੀ, ਉਹ ਪੂਰੀ ਇਮਾਨਦਾਰੀ ਨਾਲ ਪੂਰੀ ਜੋ ਕੰਮ ਕਰ ਸਕਦੇ ਸੀ ਉਹ ਕੰਮ ਕੀਤਾ। ਪਰ ਪਤਾ ਨਹੀਂ ਕੀ ਕਾਰਨ ਆ, ਮੈਨੂੰ ਤਾਂ ਇਹ ਲੱਗਦਾ ਵੀ ਉਹ ਪੋਲੀਟੀਸ਼ੀਅਨ ਨਹੀਂ ਹੈਗੇ, ਇੱਕ ਵਪਾਰੀ ਆ ਜੋ ਕਿਸੇ ਚੀਜ਼ ਵਿੱਚ ਆਪਣਾ ਫਾਇਦਾ ਦੇਖਦੇ ਆ। ਜਦ ਅੱਜ ਇਹ ਬੰਦੇ ਦੀ ਲੋੜ ਹੈਗੀ ਆ ਤਾਂ ਉਹਨੂੰ ਮੂਹਰੇ ਰੱਖਦੇ ਆ, ਜਦੋਂ ਉਹਦੀ ਲੋੜ ਨਹੀਂ ਤਾਂ ਇਲੈਕਸ਼ਨ ਤੋਂ 5-7-10 ਦਿਨਾਂ ਬਾਅਦ ਐਂ ਭੁਲਾ ਦਿੰਦੇ ਆ ਜਿਵੇਂ ਇਹ ਬੰਦੇ ਨੂੰ ਮਿਲਿਆ ਸੁੱਟਣ ਵਾਲੀ ਸਥਿਤੀ। ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਵੀ ਤੁਸੀਂ ਜ਼ਿਕਰ ਕੀਤਾ ਇਲੈਕਸ਼ਨਾਂ ਦਾ, ਵੀ ਜਿਹੜੇ ਇਹ ਇਲੈਕਸ਼ਨਾਂ 'ਚ ਹਰ ਇਲੈਕਸ਼ਨ ਦੇ ਵਿੱਚ ਉਹਨਾਂ ਨਾਲ ਜਿਹੜੇ ਟਕਸਾਲੀ ਕਾਂਗਰਸੀ ਆਗੂ ਨੇ ਜਾਂ ਜਿਹੜੇ ਉਹਨਾਂ ਦੀ ਮਦਦ ਕਰਨ ਵਾਲੇ ਲੋਕ ਆ ਉਹ ਪਿੱਛੇ ਹਟ ਜਾਂਦੇ ਨੇ। ਇਹਦਾ ਮਤਲਬ ਤਾਂ ਸਿੱਧੀ ਉਂਗਲੀ ਤੁਸੀਂ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਮਤਲਬ ਕਾਰਗੁਜ਼ਾਰੀ ਤੇ ਉਹਨਾਂ ਦੇ ਕੰਮ ਕਰਨ ਦੇ ਢੰਗ ਤੇ ਚੱਕ ਰਹੇ ਹੋ। ਬਿਲਕੁਲ ਜੀ, ਇੱਕ ਬੰਦਾ ਮਾੜਾ ਹੋ ਸਕਦਾ, ਦੋ ਬੰਦੇ ਮਾੜੇ ਹੋ ਸਕਦੇ ਹੈਗੇ। ਲੀਡਰ ਦਾ ਫਰਕ ਹੁੰਦਾ, ਫਰਜ਼ ਹੁੰਦਾ। ਅਸੀਂ ਵੀ ਮਿਊਨਿਸਪੈਲਿਟੀ ਦੀਆਂ ਚੋਣਾਂ ਲੜੀਆਂ ਨੇ, 4 ਚੋਣਾਂ ਲੜੀਆਂ ਨੇ। ਸਾਨੂੰ ਇਹ ਭਲੀ ਭਾਂਤੀ ਗਿਆਤ ਹੁੰਦਾ ਜਦੋਂ ਅਸੀਂ ਚੋਣ ਲੜਦੇ ਹਾਂ ਵੀ ਅੱਜ ਫਲਾਣਾ ਬੰਦਾ ਸਾਡੇ ਕੋਲ ਆਇਆ ਸੀਗਾ ਤੇ 10 ਦਿਨ ਬਾਅਦ ਸਾਡੇ ਕੋਲ ਆਇਆ ਨਹੀਂ ਤੇ ਇੰਨੀ ਇਲੈਕਸ਼ਨ 'ਚ ਮਦਦ ਕੀਤੀ। 20 ਦਿਨ ਅਸੀਂ ਦੇਖਦੇ ਹਾਂ, ਮਹੀਨਾ ਦੇਖਦੇ ਹਾਂ, ਜਦੋਂ ਚਿਹਰੇ ਬੰਦੇ ਅਲੋਪ ਹੋ ਜਾਣ, ਨਾ ਦਿਖਣ ਤਾਂ ਮਨ 'ਚ ਮਹਿਸੂਸ ਹੁੰਦਾ ਅਸੀਂ ਵੀ ਉਹਦੀ ਮਿੰਨਤ ਕਰਨ ਜਾਂਦੇ ਹਾਂ, ਭਾਈ ਸਾਥੋਂ ਕੀ ਗਲਤੀ ਹੋ ਗਈ, ਸਾਡਾ ਕੀ ਕਸੂਰ ਆ, ਤੂੰ ਇੰਨੀ ਸਾਡੀ ਮਦਦ ਕੀਤੀ ਸੀ, ਤੇਰੇ ਮਨ 'ਚ ਕਾਰਨ ਕੀ ਆ। ਜੇ ਅਸੀਂ ਕਿਸੇ ਸਟੇਜ 'ਤੇ ਜਾ ਕੇ ਸਾਥੋਂ ਕੋਈ ਗਲਤੀ ਹੋਈ ਆ, ਅਸੀਂ ਵਰਕਰ ਤੋਂ ਮਿਊਨਿਸਪੈਲਿਟੀ ਲੈਵਲ 'ਤੇ ਗਲਤੀ ਮੰਨਣ 'ਚ ਕਦੇ ਗਰੇਜ ਨਹੀਂ ਕੀਤਾ। ਪਤਾ ਨਹੀਂ ਇਹਨਾਂ ਦਾ ਕਿਸ ਢੰਗ ਦਾ ਨਜ਼ਰੀਆ, ਕਿਸ ਢੰਗ ਦੀ ਸੋਚ ਆ। 2007 ਤੋਂ ਲੈ ਕੇ ਤੁਸੀਂ ਦੇਖ ਲਓ ਜਿਹੜੇ ਵਰਕਰ ਉਦੋਂ ਸੀ ਉਹ ਅਗਲੀ ਇਲੈਕਸ਼ਨ 'ਚ ਨਹੀਂ ਸੀ, ਉਦੋਂ ਅਗਲੀ ਇਲੈਕਸ਼ਨ 'ਚ ਨਹੀਂ ਸੀਗੀ। ਇਹ ਤਾਂ ਵਪਾਰੀ ਬੰਦੇ ਦੀ ਸੋਚ ਆ ਵੀ ਅੱਜ ਇਹ ਤੋਂ ਫਾਇਦਾ ਹੁੰਦਾ ਇਹ ਤੋਂ ਕਰ ਲਓ, ਨਹੀਂ ਫਾਇਦਾ ਹੁੰਦਾ ਤਾਂ ਆਪਾਂ ਪਾਸੇ ਹੋ ਜਾਓ। ਇਸੇ ਕਰਕੇ ਜਿਹੜੇ ਕਾਂਗਰਸ ਵਰਕਰਾਂ 'ਚ, ਟਕਸਾਲੀ ਕਾਂਗਰਸੀ ਵਰਕਰਾਂ 'ਚ ਉਹ ਨਿਰਾਸ਼ਾ ਪਾਈ ਜਾ ਰਹੀ ਹੈ। ਜਿਨ੍ਹਾਂ ਨੇ 10 ਸਾਲ ਅਕਾਲੀ ਦਲ ਦੀ ਸਰਕਾਰ 'ਚ ਸੰਤਾਪ ਝੱਲਿਆ ਗਾ, ਉਹ ਵਰਕਰ ਅੱਜ ਆਪਦੇ ਆਪ ਨੂੰ ਠੱਗਣੇ ਮੂੰਹ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹ ਠੱਗਿਆ ਮਹਿਸੂਸ ਕਰਦੇ ਆ, ਆਪਦੇ ਉਹ ਘਰੇ ਬੈਠਿਆ। ਜਿਨ੍ਹਾਂ ਨੇ 10 ਸਾਲ ਅਕਾਲੀ ਦਲ ਦੀ ਸੱਤਾ 'ਚ ਵੀ ਰਾਜ ਭੋਗਿਆ, ਮਾੜਾ ਕਹਿੰਦੇ ਰਹੇ ਕਾਂਗਰਸੀ ਵਰਕਰਾਂ ਨੂੰ ਜਲੀਲ ਕਰਦੇ ਰਹੇ ਆ, ਅੱਜ ਉਹ ਕੁਰਸੀਆਂ 'ਤੇ ਵਿਰਾਜਮਾਨ ਹੁੰਦੇ ਆ। ਤੇ ਜਦੋਂ ਕੋਈ ਟਕਸਾਲੀ ਕਾਂਗਰਸੀ ਜਾਂਦਾ ਤਾਂ ਉਹਨਾਂ ਦੀ ਨਜ਼ਰ ਇਹ ਹੁੰਦੀ ਆ, ਬੰਦੇ ਨੂੰ ਵੀ ਸਮਝ ਆ ਜਾਂਦਾ ਵੀ ਸਾਹਮਣੇ ਬੰਦੇ ਦਾ ਬਿਹੇਵੀਅਰ ਕਿਹੋ ਜਿਹਾ ਤੇ ਇਹ ਕੀ ਚਾਹੁੰਦਾ ਹੈ, ਸਾਨੂੰ ਕੀ ਕਰਨਾ ਚਾਹੁੰਦਾ। ਜਲਾਲਤ ਤੋਂ ਵੱਧ ਟਕਸਾਲੀ ਜਿਹੜੇ ਵਰਕਰ ਆ ਉਹਨਾਂ ਨੂੰ ਮੇਰਾ ਖਿਆਲ ਤਾਂ ਕੁਝ ਨਹੀਂ ਮਿਲਿਆ ਜੀ। ਇਸ ਤੋਂ ਬਿਨਾਂ ਚਲੋ ਇਹ ਤੁਸੀਂ ਪਾਰਟੀ ਪੱਧਰ ਤੇ ਜਦੋਂ ਗੱਲ ਕਰਦੇ ਹੋ ਵੀ ਪਾਰਟੀ ਦੀ ਕਾਰਗੁਜ਼ਾਰੀ ਹੈ ਜਿਹੜੀ ਉਹ ਕੇਵਲ ਸਿੰਘ ਢਿੱਲੋਂ ਕਰਕੇ ਠੀਕ ਨਹੀਂ ਰਹੀ, ਪਰ ਦੂਜੇ ਪਾਸੇ ਜਦੋਂ ਵੀ ਉਹ ਲੋਕਾਂ ਦੇ ਵਿੱਚ ਆਉਂਦੇ ਨੇ ਤਾਂ ਹਾਲਤ ਇਹ ਹੈ ਵੀ ਉਹ ਤਾਂ ਇਹ ਗਿਣਦੇ ਨੇ ਵੀ ਜਿਹੜਾ ਜਿਵੇਂ ਵਿਕਾਸ ਪਰਸ਼ ਦੇ ਤੌਰ ਤੇ ਵੀ ਉਹਨਾਂ ਨੇ ਕੰਮ ਹੀ ਹਲਕੇ ਦੇ ਇੰਨੇ ਜ਼ਿਆਦਾ ਕੀਤੇ ਨੇ, ਕੋਈ ਬੰਦਾ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਵੀ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਵੀ ਫਿਰ ਤੁਸੀਂ ਨਜ਼ਰਅੰਦਾਜ਼ ਕਰਦੇ ਹੋ ਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤੇ। ਦੇਖੋ, ਕੰਮ 2007 'ਚ ਉਹ MLA ਸੀ, 2012 'ਚ MLA ਸੀ। MLA ਹੁੰਦੇ ਰਹਿ ਕੇ ਅਸੀਂ ਕੀ ਕੰਮ ਕੀਤਾ ਉਹ ਵੀ ਦੱਸਣਾ ਚਾਹੀਦਾ ਲੋਕਾਂ ਨੂੰ। ਆਪਾਂ ਕਰਦੇ ਹਾਂ ਵਿਕਾਸ ਦੀ ਗੱਲ, ਵੀ ਉਹ ਲੋਕਾਂ 'ਚ ਕਹਿੰਦੇ ਆ ਵਿਕਾਸ ਕੀਤਾ, ਮੈਂ ਪੈਸੇ ਲੈ ਕੇ ਆਏ ਜਾਂ ਹੋਰ ਆ। ਫਿਰ ਜਿਹੜੀ ਕਰਪਸ਼ਨ ਹੋ ਰਹੀ ਹੈ ਇਹਦਾ ਵੀ ਲੈਣਾ ਚਾਹੀਦਾ। ਲੋਕ ਗਰਾਊਂਡ ਲੈਵਲ 'ਤੇ ਜੋ ਮਿਊਨਿਸਪੈਲਿਟੀ ਦੇ ਲਾ ਲਓ, ਹੋਰ ਬਹੁਤ ਮਹਿਕਮੇ ਦੇ ਕੰਮਾਂ 'ਚ ਜਿਹੜੇ ਗੈਰ ਮਿਆਰੀ ਕੰਮ ਹੋ ਰਹੇ ਆ ਉਹਨਾਂ ਦੀ ਜ਼ਿੰਮੇਵਾਰੀ ਕੌਣ ਲਊਗਾ ਜੀ? ਫਿਰ ਗੱਲ ਤਾਂ ਇਹ ਤੁਹਾਡੀ ਦਰੁਸਤ ਹੈ ਵੀ ਜੇ ਵਿਕਾਸ ਕੰਮਾਂ ਦਾ ਸਿਹਰਾ ਮਤਲਬ ਕੇਵਲ ਸਿੰਘ ਢਿੱਲੋਂ ਆਪਦੇ ਮਤਲਬ ਸਿਰ ਤੇ ਬੰਨ੍ਹਦੇ ਨੇ ਵੀ ਉਹਨਾਂ ਕਰਕੇ ਹੋਏ ਨੇ ਤਾਂ ਵਾਜਬ ਗੱਲ ਤਾਂ ਹੈਗੀ ਆ ਵੀ ਜਿਹੜੀ ਕਰਪਸ਼ਨ ਹੋਈ ਆ। ਦੇਖੋ, ਹਰ ਪੱਧਰ ਤੇ ਇਹ ਗੱਲ ਦੇ ਵਿੱਚ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ। ਜਦੋਂ ਅਸੀਂ ਪਬਲਿਕ ਦੇ ਵਿੱਚ ਜਾਂਦੇ ਹਾਂ ਤਾਂ ਇਹ ਗੱਲਾਂ ਸੁਣਨ ਨੂੰ ਮਿਲਦੀਆਂ, ਕੋਈ ਇੱਕ ਮਹਿਕਮਾ ਨਹੀਂ, ਕਿਸੇ ਇੱਕ ਮਹਿਕਮੇ ਦੀ ਗੱਲ, ਜਿਹੜੀ ਥਾਂ ਤੇ ਜਿਹੜਾ ਭ੍ਰਿਸ਼ਟਾਚਾਰ ਹੈ ਇਸ ਸਰਕਾਰ ਦੇ ਸਮੇਂ ਦੇ ਦੌਰਾਨ ਹੈ ਜਿਹੜਾ, ਜਾਣੀ ਆਪਾਂ ਜੇ ਸਰਕਾਰ ਦਾ ਇਹ ਕਹਿ ਲਿਆ ਆਪਣੇ ਜਿਹੜਾ ਬਰਨਾਲਾ ਜ਼ਿਲ੍ਹਾ ਇੱਥੇ ਤਾਂ ਸਰਕਾਰ ਕੇਵਲ ਸਿੰਘ ਢਿੱਲੋਂ ਦੀ ਮੰਨੀ ਜਾਂਦੀ ਹੈ ਵੀ ਪਿਛਲੇ 4 ਸਾਲ ਦੇ ਸਮੇਂ ਦੇ ਵਿੱਚ ਕਿਸੇ ਮਹਿਕਮੇ 'ਚ ਕਰਪਸ਼ਨ ਪ੍ਰਤੀ ਕੋਈ ਸੁਣਵਾਈ ਨਹੀਂ ਹੋ ਰਹੀ, ਕੋਈ ਕਿਸੇ ਦੀ ਸੁਣਵਾਈ ਕਰ ਨਹੀਂ ਰਿਹਾ। ਇਸੇ ਲੜੀ ਦੇ ਵਿੱਚ 2017 ਵਿੱਚ ਜਿਹੜਾ ਟੈਂਡਰਾਂ ਵਿੱਚ ਘਪਲਾ ਹੋਇਆ ਸੀ, ਜਦੋਂ ਹਰੇਕ ਪਾਸੇ ਅਸੀਂ ਚਿੱਠੀਆਂ ਪਾਈਆਂ, ਅਸੀਂ ਡੈਪੂਟੇਸ਼ਨ ਦੇ ਤੌਰ ਤੇ ਵਿਜੀਲੈਂਸ ਅਧਿਕਾਰੀਆਂ ਨੂੰ, ਜੋ ਜ਼ਿੰਮੇਵਾਰ ਲੋਕਲ ਬਾਡੀ ਦੇ ਅਧਿਕਾਰੀ ਆ ਉਹਨਾਂ ਨੂੰ ਮਿਲੇ ਤਾਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ, ਨਾ ਕਿਸੇ ਲੀਡਰਸ਼ਿਪ ਨੇ ਸੁਣੀ ਆ। ਇਸੇ ਸੰਬੰਧ ਵਿੱਚ
ਮੈਨੂੰ 2017 ਵਿੱਚ ਹਾਈ ਕੋਰਟ ਜਾਣਾ ਪਿਆ। ਹਾਈ ਕੋਰਟ ਨੇ ਸਾਡੀ ਰਿਟ ਮਨਜ਼ੂਰ ਕੀਤੀ ਕਰਪਸ਼ਨ ਦੇ ਖਿਲਾਫ, ਤੇ ਉਹ ਰਿਟ ਤੇ ਹਜੇ ਸੁਣਵਾਈ ਚੱਲ ਰਹੀ ਹੈ। ਨਹੀਂ, ਜਿਵੇਂ ਇਹ ਤਾਂ ਤੁਸੀਂ ਹਾਈ ਕੋਰਟ ਚਲੇ ਗਏ, ਹੁਣ ਤਾਂ ਸਰਕਾਰ ਤੁਹਾਡੀ ਆਪਦੀ ਸੀ, ਕਾਂਗਰਸ ਦੀ ਸਰਕਾਰ ਸੀ। ਤੁਹਾਨੂੰ ਕੀ ਲੱਗਦਾ ਵੀ ਇਹ ਸੁਣਵਾਈ ਦੇ ਮਾਮਲੇ ਤੇ ਜਿਵੇਂ ਕੇਵਲ ਸਿੰਘ ਢਿੱਲੋਂ ਨੇ ਤਾਂ ਕਦੇ ਮੂੰਹ ਖੋਲ੍ਹਿਆ ਹੀ ਨਹੀਂ? ਮੂੰਹ ਖੋਲ੍ਹਣ ਭ੍ਰਿਸ਼ਟਾਚਾਰ ਦੇ ਜਿਹੜਾ ਹਰੇਕ ਚੀਜ਼ 'ਚ ਆਪਾਂ ਕਹਿ ਦਿੰਦੇ ਆ ਜੀ, ਅਖਬਾਰਾਂ 'ਚ ਵੀ ਬਿਆਨ ਦੇ ਦਿੰਦੇ ਆ ਵੀ ਜੁੱਤੀਆਂ ਵਾਲੇ ਮੋਰਚੇ 'ਚ ਫਲਾਣੀ ਇੰਟਰਲੋਕਿੰਗ ਟਾਇਲ ਦੀ ਆ ਜੀ, ਉਹਦੀ ਪੇਮੈਂਟ ਲਓ। ਇੱਕ ਵੀ ਪੇਮੈਂਟ ਮੈਨੂੰ ਨਗਰ ਕੌਂਸਲ ਬਰਨਾਲਾ ਦੀ ਰੋਕੀ ਹੋਈ ਦਿਖਾ ਦੇਣ। ਜਿਹੜੇ ਵਰਕ ਆਰਡਰ, ਇਦੋਂ ਵੱਡੀ ਭ੍ਰਿਸ਼ਟਾਚਾਰ ਦੀ ਮਿਸਾਲ ਕੀ ਹੋਊਗੀ? ਜਿਹੜੇ ਵਰਕ ਆਰਡਰ ਅਸੀਂ ਕੱਟਦੇ ਆ ਨਗਰ ਕੌਂਸਲ ਬਰਨਾਲਾ ਵਿੱਚ, ਹਰੇਕ ਵਰਕ ਆਰਡਰ ਦੀ ਆਪਣੀ ਟਾਈਮ ਲਿਮਿਟ ਹੁੰਦੀ ਹੈ ਨਿੱਕਾ ਜੀ। ਡੇਟ ਆਫ ਸਟਾਰਟ, ਡੇਟ ਆਫ ਕੰਪਲੀਸ਼ਨ, ਉਹ 'ਤੇ ਸਾਫ਼ ਲਿਖਿਆ ਹੁੰਦਾ ਵੀ ਇੰਨੀ ਤਰੀਕ ਨੂੰ ਕੰਮ ਸ਼ੁਰੂ ਹੋਇਆ ਤੇ ਇੰਨੀ ਤਰੀਕ ਨੂੰ ਕੰਮ ਖਤਮ ਹੋ ਜਾਣਾ ਚਾਹੀਦਾ। ਬਿਨਾਂ ਵਰਕ ਆਰਡਰ ਐਕਸਟੈਂਡ ਕੀਤੇ ਸਾਲ ਪੁਰਾਣੇ ਕੰਮ ਚੱਲੀ ਜਾਂਦੇ ਜੀ। ਕੰਮ ਇਸ ਤਰੀਕੇ ਨਾਲ ਚੱਲਦੇ ਆ, ਲੋਕਾਂ ਦਾ ਲੰਘਣਾ ਔਖਾ ਹੋਇਆ ਪਿਆ ਜੀ। ਕਿਤੇ ਟਾਈਲਾਂ ਸਿੱਟ ਗਈਆਂ, ਕਿਤੇ ਚੱਕ ਕੇ ਲੈ ਗਏ ਜੀ, ਕਿਤੇ ਘਟੀਆ ਰੇਤਾ ਪੈ ਗਿਆ ਜੀ, ਕਿਤੇ ਲੋਕ ਸ਼ਿਕਾਇਤਾਂ ਕਰੀ ਜਾਂਦੇ ਆ, ਰੌਲਾ ਪਾਈ ਜਾਂਦੇ ਆ। ਅੱਜ ਲੁੱਕ ਪਾਈ ਆ, ਮੀਂਹ 'ਚ ਸੜਕ ਬਣ ਗਈ ਜੀ। ਪੇਮੈਂਟਾਂ ਸਭ ਦੀਆਂ ਹੋਈ ਜਾਂਦੀਆਂ ਨੇ। ਨਗਰ ਕੌਂਸਲ ਦੇ ਅਧਿਕਾਰੀ ਸਾਨੂੰ ਦਿਖਾਉਣ ਕਿਹੜੇ ਨੋਟਿਸ ਕੱਢੇ ਆ, ਕੀ ਕਾਰਵਾਈ ਕੀਤੀ ਆ ਉਹਨਾਂ 'ਤੇ, ਕਿਸੇ ਨੂੰ ਕੀ ਬਲੈਕ ਲਿਸਟ ਕੀਤਾ ਜਿਨ੍ਹਾਂ ਨੇ ਵਰਕ ਆਰਡਰ ਦੀ ਉਲੰਘਣਾ ਕੀਤੀ ਆ, ਟਾਈਮ ਆਫ ਐਕਸਟੈਂਡ ਕੀਤਾ। ਇੱਕ ਵੀ ਉਦਾਹਰਨ ਦਿਖਾ ਦੇਣ। ਲੋਟਾ ਜੀ, ਮੈਂ ਕਹਿਣ ਦੀਆਂ ਗੱਲਾਂ ਹੋਰ ਆ, ਕਰਨ ਦੀਆਂ ਗੱਲਾਂ। ਲੋਟਾ ਜੀ, ਜਿਹੜੀ ਮੈਂ ਗੱਲ ਕਹਿਣੀ ਚਾਹ ਰਿਹਾ ਵੀ ਕੀ ਕਾਂਗਰਸ ਪਾਰਟੀ, ਇੱਕ ਤਾਂ ਦੋ ਤਰ੍ਹਾਂ ਦੇ ਹਿੱਸਿਆਂ ਦੇ ਵਿੱਚ ਆਪਾਂ ਜੇ ਵੰਡ ਕੇ ਗੱਲ ਕਰੀਏ, ਇੱਕ ਤਾਂ ਕਾਂਗਰਸ ਪਾਰਟੀ ਦਾ ਜਿਹੜਾ ਆਗੂ ਹੈ, ਜਿਹਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਲਗਭਗ ਬਰਨਾਲਾ ਜ਼ਿਲ੍ਹੇ 'ਚ ਹੀ ਕਹਿ ਸਕਦੇ ਹਾਂ ਵੀ ਚੱਲਦੀ ਹੈ, ਵੀ ਇੱਕ ਤਾਂ ਉਹਦੀ ਕਾਰਗੁਜ਼ਾਰੀ ਹੋਗੀ। ਦੂਜੀ ਤੁਸੀਂ ਜਿਹੜੇ ਨਗਰ ਕੌਂਸਲ ਦੀਆਂ ਗੱਲਾਂ ਕਰਦੇ ਹੋ ਵੀ ਨਗਰ ਕੌਂਸਲ ਦੇ ਵਿੱਚ ਜਾਂ ਹੋਰ ਥਾਵਾਂ 'ਤੇ ਜਿਹੜਾ ਭ੍ਰਿਸ਼ਟਾਚਾਰ ਹੈ, ਵੀ ਉਹ ਕਾਰਗੁਜ਼ਾਰੀ ਦਾ ਵੀ ਆਉਣ ਵਾਲੀਆਂ ਵਿਧਾਨ ਸਭਾ 'ਤੇ ਕੋਈ ਅਸਰ ਤੁਸੀਂ ਦੇਖਦੇ ਹੋ ਵੀ ਇਹ ਪਊਗਾ? ਦੇਖੋ, ਲੋਕ ਬੜੇ ਅਵੇਅਰਨੈਸ ਹੋ ਚੁੱਕੇ। ਲੋਕਾਂ ਦੇ ਟੈਕਸ ਦਾ ਪੈਸਾ ਹੈਗਾ, ਕਿਸੇ ਨੇ ਆਪਦੀ ਘਰੋਂ ਆਪਦੀ ਜੇਬ 'ਚੋਂ ਤਾਂ ਦਿੱਤਾ ਨਹੀਂ। ਲੋਕਾਂ ਨੂੰ ਸਭ ਪਤਾ ਸਾਡਾ ਪੈਸਾ ਮਿਸਯੂਜ਼ ਕਿੱਥੇ ਹੋ ਰਿਹਾ। ਕਈ ਲੋਕ ਖੁੱਲ੍ਹ ਕੇ ਸਾਡੇ ਵਰਗੇ ਹੁੰਦੇ ਆ ਜਿਹੜੇ ਲੋਕਾਂ 'ਚ ਜਾਗਰ ਕਰਦੇ ਆ, ਕਈ ਲੋਕ ਭਰੇ ਪੀਤੇ ਬੈਠੇ ਆ। ਉਹ ਸਭ ਲੋਕ ਨਹੀਂ, ਤੁਹਾਨੂੰ ਇਹ ਲੱਗਦਾ ਜਿਹੜਾ ਗੁੱਸਾ ਹੈ ਲੋਕਾਂ ਦਾ ਵੀ ਇਹ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ ਹੋਰ ਜ਼ਿਆਦਾ ਭੜਕੂਗਾ? ਬਿਲਕੁਲ ਜੀ, ਸਾਰੀਆਂ ਪਾਰਟੀਆਂ ਨੂੰ ਹੀ ਮੈਂ ਇਹ ਅਪੀਲ ਕਰੂੰਗਾ ਵੀ ਦੇਖੋ, ਆਪਾਂ ਲੋਕਾਂ ਦੇ ਅੰਗ ਆ। ਬੇਸ਼ੱਕ ਮੈਂ ਕਾਂਗਰਸ ਪਾਰਟੀ ਨਾਲ 25 ਸਾਲ ਤੋਂ ਜੁੜਿਆ ਹੋਇਆ, ਪਰ ਸਾਡਾ ਫਰਜ਼ ਬਣਦਾ ਜਿੱਥੇ ਕੋਈ ਗੈਰ ਮਿਆਰੀ ਕੰਮ ਹੋਵੇ ਲੋਕਾਂ ਦੇ ਹੱਕ 'ਚ, ਉੱਥੇ ਆਵਾਜ਼ ਸਾਨੂੰ ਉਠਾਉਣੀ ਚਾਹੀਦੀ ਹੈ, ਲੋਕਾਂ ਨੂੰ ਵੀ ਉਠਾਉਣੀ ਚਾਹੀਦੀ ਹੈ। ਇਸ ਚੀਜ਼ 'ਚ ਕਿਸੇ ਨੂੰ ਗੁੱਸਾ ਜਾਂ ਗਿਲਾ ਸ਼ਿਕਵਾ ਤਾਂ ਹੋਣਾ ਨਹੀਂ ਚਾਹੀਦਾ। ਲੋਟਾ ਜੀ, ਕੁਝ ਲੋਕ ਤਾਂ ਇਹ ਕਹਿੰਦੇ, ਤੁਸੀਂ ਕਹਿੰਦੇ ਹੋ 25 ਸਾਲ ਤੋਂ ਤੁਸੀਂ ਕਾਂਗਰਸ ਨਾਲ ਜੁੜੇ ਆ, ਤੇ ਲੋਕ ਤਾਂ ਇਹ ਮੰਨਦੇ ਵੀ ਕਾਂਗਰਸ ਪਾਰਟੀ ਦਾ ਤੁਸੀਂ ਵਿਰੋਧ ਕਰਦੇ ਹੋ, ਵੀ ਇਹ ਲੋਕ ਆਮ ਗੱਲ ਕਰਦੇ ਆ, ਤੇ ਮਤਲਬ ਇਹ ਗੱਲ ਦਾ ਸ਼ਾਇਦ ਤੁਹਾਨੂੰ ਖਮਿਆਜਾ ਭੁਗਤਣਾ ਪੈ ਰਿਹਾ। ਦੇਖੋ, ਜੇ ਲੋਕਾਂ ਦੇ ਹੱਕ 'ਚ, ਲੋਕਾਂ ਦੇ ਹੱਕਾਂ ਪ੍ਰਤੀ ਆਵਾਜ਼ ਉਠਾਉਣਾ, ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਉਠਾਉਣਾ, ਇਸ ਚੀਜ਼ ਨੂੰ ਵਿਰੋਧ ਸਮਝਦੇ ਤਾਂ ਅਸੀਂ ਹਰ ਤਰੀਕੇ ਦੇ ਨਾਲ ਇਸ ਚੀਜ਼ ਦਾ ਵਿਰੋਧ ਕਰਾਂਗੇ। ਜੋ ਸਾਡੇ 'ਤੇ ਕਾਰਵਾਈ ਬਣਦੀ ਆ ਉਹ ਸਾਡੇ 'ਤੇ ਕਰ ਦੇਣੀ ਚਾਹੀਦੀ। ਅਸੀਂ ਕਾਂਗਰਸ ਦੀ ਮਜ਼ਬੂਤੀ ਵਾਸਤੇ ਅੱਤਵਾਦ ਦੇ ਸਮੇਂ ਤੋਂ ਲੈ ਕੇ, ਚਾਹੇ ਬਾਘਾ ਬਾਰਡਰ 'ਤੇ ਬੱਸਾਂ ਜਾਣੀਆਂ ਹੋਣ, ਚਾਹੇ ਦਿੱਲੀ ਬੱਸਾਂ ਜਾਣੀਆਂ ਹੋਣ, ਚਾਹੇ ਇੱਥੇ ਧਰਨੇ ਦੇਣੇ ਹੋਣ, ਅਸੀਂ ਹਰ ਜਗ੍ਹਾ 'ਤੇ ਪਾਰਟੀ ਦਾ ਸਾਥ ਦਿੱਤਾ ਗਾ, ਹਰ ਜਗ੍ਹਾ ਪਾਰਟੀ ਦਾ ਸਾਥ ਦੇਵਾਂਗੇ। ਅਸੀਂ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੰਮ ਕਰਨਾ, ਨਾ ਕਿ ਕਿਸੇ ਵਿਸ਼ੇਸ਼ ਵਿਅਕਤੀ ਦੀ ਮਜ਼ਬੂਤੀ ਵਾਸਤੇ ਕੰਮ ਕਰਨਾ। ਜਾਨੀ ਤੁਹਾਡਾ ਮਤਲਬ ਸਾਡੇ ਵਾਸਤੇ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਆ, ਨਾ ਕਿ ਕਿਸੇ ਦੇ ਪਰਸਨਲ ਨਾਮ ਦੀ ਕਾਂਗਰਸ। ਨਹੀਂ, ਜੇ ਇੰਡੀਅਨ ਨੈਸ਼ਨਲ ਕਾਂਗਰਸ ਹੈ, ਜਿਵੇਂ ਹੁਣ ਕੇਵਲ ਸਿੰਘ ਢਿੱਲੋਂ ਕਾਫੀ ਪਾਵਰਫੁਲ ਨੇਤਾ ਨੇ, ਠੀਕ ਹੈ, ਇਹ ਜਿਵੇਂ ਵਿਧਾਨ ਸਭਾ ਦੇ ਵੇਲੇ 3 ਵਾਰੀਆਂ ਦੀ ਇਹਨਾਂ ਨੂੰ ਟਿਕਟ ਮਿਲ ਰਹੀ ਹੈ, ਇੱਕ ਵਾਰ ਉਹ MP ਦੀ ਟਿਕਟ ਵੀ ਲੈ ਗਏ। ਜੇ ਟਿਕਟ ਫਿਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਇਹਨੂੰ ਦੇਤੀ, ਫਿਰ ਤੁਹਾਡਾ ਰੁਖ ਕਿਹੋ ਜਿਹਾ ਹੋਊਗਾ? ਜਾਂ ਜਿਹੜੇ ਕਾਂਗਰਸ ਦੇ ਟਕਸਾਲੀ ਵਰਕਰ ਹੈ, ਦੇਖੋ, ਹਰੇਕ ਵਰਕਰ ਚਾਹੁੰਦਾ ਜਿਹਨੇ ਪਿਛਲੇ 10 ਸਾਲ ਤਸ਼ੱਦਦ ਝੱਲਿਆ ਹੈਗਾ, ਅਸੀਂ ਤਾਂ ਤਸ਼ੱਦਦ ਹੁਣ ਵੀ ਝੱਲਿਆ ਜੀ 5 ਸਾਲ ਕਾਂਗਰਸ 'ਚ। ਜਾਨੀ ਤੁਹਾਨੂੰ ਲੱਗ ਨਹੀਂ ਰਿਹਾ ਵੀ ਕਾਂਗਰਸ ਦੀ ਸਰਕਾਰ ਬਣੀ ਆ ਹਾਲਤਾਂ ਦੇ ਵਿੱਚ? ਨਹੀਂ, ਸਾਨੂੰ ਤਾਂ ਮਹਿਸੂਸ ਨਹੀਂ ਹੁੰਦਾ ਜੀ। ਜਦੋਂ ਟਕਸਾਲੀ ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਆਪਾਂ, ਜਿਹੜੇ ਬੰਦਿਆਂ ਨੇ 10 ਸਾਲ ਅਕਾਲੀ ਭਾਜਪਾ ਦੀ ਸਰਕਾਰ 'ਚ ਰਾਜ ਮਾਣਿਆ, ਜੋ ਵੀ ਜ਼ਿੰਮੇਵਾਰ ਪੋਸਟਾਂ ਨੇਗੀਆਂ ਪੋਲੀਟੀਕਲ ਬੰਦਿਆਂ ਨੂੰ, ਕਾਂਗਰਸ ਦਿਆਂ ਨੂੰ ਵੱਜਣਾ ਚਾਹੀਦਾ ਸੀ। ਜੋ ਸਾਰੀਆਂ ਪੋਸਟਾਂ ਦੇ ਅਕਾਲੀ ਦਲ ਭਾਜਪਾ ਦੇ ਬੰਦੇ ਬੈਠੇ ਆ ਜੀ। ਨਹੀਂ, ਨਗਰ ਫਰਕ ਕਿੱਥੇ? ਨਹੀਂ, ਨਗਰ ਸੁਧਾਰ ਟਰਸਟ ਦੇ ਜਿਹੜੇ ਚੇਅਰਮੈਨ ਨੇ ਉਹ ਤਾਂ ਟਕਸਾਲੀ ਕਾਂਗਰਸੀ ਨੇ ਲੰਮੇ ਸਮੇਂ ਤੋਂ। ਮੱਖਣ ਸ਼ਰਮਾ ਤਾਂ ਕਾਂਗਰਸੀ ਰਹੇ ਨੇ। ਉਹਦਾ ਆਪਦਾ ਹੱਕ ਬਣਦਾ ਸੀ। ਕੀ ਰਿਸੋਰਸਾਂ ਤੋਂ ਲਿੱਤੀ ਹੈ, ਕਿਹਦਾ ਯੋਗਦਾਨ ਰਿਹਾ, ਇਹ ਤਾਂ ਬਿਹਤਰ ਉਹ ਦੱਸ ਸਕਦੇ ਆ ਵੀ ਮੈਨੂੰ ਵਧਾਉਣ 'ਚ ਕਿਹਦਾ ਯੋਗਦਾਨ। ਉਹਦੇ ਤਾਂ ਕੋਈ ਇਸ ਗੱਲ ਦਾ ਕਿੰਤੂ ਨਹੀਂ, ਉਹ ਤਾਂ ਟਕਸਾਲੀ ਹੀ ਨੇ। ਨਹੀਂ, ਆਪਾਂ ਉਸ ਤੇ ਇਸ ਚੀਜ਼ ਦਾ ਕੋਈ ਕਿੰਤੂ ਪ੍ਰੰਤ ਨਹੀਂ ਕਰਦੇ। ਚਲੋ, ਕਾਂਗਰਸ ਦੇ ਮਾੜੇ ਟਾਈਮਾਂ 'ਚ ਪਾਰਟੀ ਨਾਲ ਖੜੇ, ਅੱਤਵਾਦ ਦੇ ਸਮੇਂ ਤੋਂ ਅਸੀਂ ਇਕੱਠੇ ਜਾਂਦੇ ਰਹੇ ਹਾਂ ਸਾਰੀਆਂ ਸਟੇਜਾਂ 'ਤੇ, ਚਾਹੇ ਕਿਤੇ ਵੀ ਧਰਨਾ ਹੁੰਦਾ ਸੀ। ਜਾਤੀ ਮਤਭੇਦ ਦੀ ਗੱਲ ਹੋਰ ਆ, ਪਰ ਕਾਂਗਰਸੀ ਹੋਣ ਦੇ ਨਾਤੇ ਮੈਂ ਉਹਨਾਂ ਤੇ ਕੋਈ ਟਿੱਪਣੀ ਨਹੀਂ। ਇਹਨਾਂ ਹਾਲਤਾਂ ਦੇ ਵਿੱਚ ਲੋਟਾ ਜੀ, ਜੇ ਆਪਾਂ ਉਸੇ ਗੱਲ ਤੇ ਦੁਆਰੇ ਫੇਰਿਆ, ਜਿਹੜੀ ਧੜੇਬੰਦੀ ਹੈ, ਇਹਦਾ ਜਿਵੇਂ ਹੁਣ ਟਿਕਟ ਹੈ, ਜੇ ਕੇਵਲ ਸਿੰਘ ਢਿੱਲੋਂ ਦੀ ਤਾਂ ਤੁਸੀਂ ਡਿਮਾਂਡ ਕਰ ਹੀ ਰਹੇ ਹੋ। ਦੇਖੋ, ਉਸ ਦਿਨ ਦਾ ਇਕੱਠ ਇਹ ਦੱਸਦਾ ਸੀ
ਉੱਥੇ ਜਿਹੜੇ ਨਾਅਰੇ ਨੇ ਉਹ ਕਾਲਾ ਸਿੰਘ ਕੁਲਦੀਪ ਸਿੰਘ ਕਾਲਾ ਢਿੱਲੋਂ ਜਿੰਦਾਬਾਦ ਦੇ ਨਾਅਰੇ ਲੱਗਦੇ ਰਹੇ। ਕੇਵਲ ਸਿੰਘ ਢਿੱਲੋਂ ਦੇ ਹੱਕ ਦੇ ਵਿੱਚ ਕਿਸੇ ਨੇ ਨਾਅਰਾ ਨਹੀਂ ਲਾਇਆ। ਤੇ ਇਹਦਾ ਵੀ ਤੁਸੀਂ ਬਦਲ ਕੀ ਦੇਖਦੇ ਹੋ ਫਿਰ? ਜੇ ਦੇਖੋ, ਕਾਂਗਰਸ 'ਚ ਜਦੋਂ ਵੀ ਇਸ ਤਰੀਕੇ ਦੀ ਧੜੇਬੰਦੀ ਲਾ ਲਓ, ਗਰੁੱਪਿਜ਼ਮ ਲਾ ਲਓ, ਹੈ ਤਾਂ ਸਾਰੇ ਕਾਂਗਰਸ ਦੇ ਬੰਦੇ। ਕਾਂਗਰਸ ਹਮੇਸ਼ਾ ਇਸ ਧੜੇਬੰਦੀ 'ਚੋਂ ਮਜ਼ਬੂਤ ਹੋ ਕੇ ਨਿਕਲੀ ਹੈਗੀ। ਜਿੱਥੋਂ ਤੱਕ ਉੱਥੇ ਨਾਅਰੇਬਾਜ਼ੀ ਦਾ ਸਵਾਲ ਆ, ਕੁਲਦੀਪ ਸਿੰਘ ਕਾਲਾ ਢਿੱਲੋਂ ਜੀ, ਮੇਰੇ ਵੱਡੇ ਭਰਾ ਹਰਿੰਦਰ ਸਿੰਘ ਸੀਰਾ ਢਿੱਲੋਂ ਜੀ ਨੇ ਅੱਤਵਾਦ ਦੇ ਸਮੇਂ ਤੋਂ ਲੈ ਕੇ ਜ਼ਿਲ੍ਹਾ ਯੂਥ ਕਾਂਗਰਸ 'ਚ, ਮੈਂ ਨਹੀਂ ਸਮਝਦਾ ਅੱਜ ਤੱਕ ਕਾਂਗਰਸ ਦੇ ਇਤਿਹਾਸ ਵਿੱਚ ਕਿਸੇ ਬੰਦੇ ਨੇ ਕਾਂਗਰਸ ਵਾਸਤੇ ਇੰਨਾ ਵਰਕ ਕੀਤਾ ਹੋਵੇ ਤੇ ਘਰ ਘਰ ਉਸ ਬੰਦੇ ਨੇ ਕਾਂਗਰਸ ਪੈਦਾ ਕੀਤੀ ਹੋਵੇ। ਜਿੱਥੋਂ ਤੱਕ ਕੁਲਦੀਪ ਕਾਲਾ ਸਿੰਘ ਢਿੱਲੋਂ ਜੀ ਦਾ ਸਵਾਲ ਆ, ਬਹੁਤ ਵਧੀਆ ਨਰਮ ਸੁਭਾਅ ਦੇ ਮਾਲਕ ਆ। ਜਿਹੜੇ ਬੰਦੇ ਕਾਂਗਰਸ ਨੇ ਇਗਨੋਰ ਕੀਤੇ ਹੋਏ ਸੀ ਜਾਂ ਘਰੇ ਬੈਠੇ ਸੀ, ਉਹ ਖੁਦ ਕੁਲਦੀਪ ਸਿੰਘ ਕਾਲਾ ਜੀ ਢਿੱਲੋਂ ਕੋਲ ਗਏ ਆ ਵੀ ਸਾਡੀ ਹੱਥ ਫੜਨ ਵਾਲਾ, ਸਾਡੀ ਆਵਾਜ਼ ਨੂੰ ਉੱਪਰ ਪਹੁੰਚਾਉਣ ਵਾਲਾ ਕੋਈ ਬੰਦਾ ਨਹੀਂ, ਤੁਸੀਂ ਆ ਕੇ ਅਗਵਾਈ ਕਰੋ। ਲੋਕ ਆਪ ਗਏ ਆ। ਅਸੀਂ ਬਹੁਤ ਲੋਕਾਂ 'ਚ ਉਹਨਾਂ 'ਚ ਸ਼ਾਮਲ ਆ ਜਿਨ੍ਹਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਅਗਵਾਈ ਕਰੋ। ਕਾਲਾ ਢਿੱਲੋਂ ਜੀ ਨੂੰ ਅਗਵਾਈ ਕਰਨ ਦਾ ਜਾਂ ਕਾਂਗਰਸ 'ਚ ਉਹਦਾ ਐਜ ਏ ਵਰਕਰ ਉਹ ਕੰਮ ਕਰਦੇ ਸੀ, ਪਰ ਜਦੋਂ ਲੋਕ ਜਾਣ ਲੱਗੇ ਤਾਂ ਉਹਨਾਂ ਦੀ ਮਜਬੂਰੀ ਬਣ ਗਈ ਮੂਹਰੇ ਲੱਗਣਾ ਜੀ। ਅਸੀਂ ਬਿਲਕੁਲ ਉਹਨਾਂ ਦੀ ਸਪੋਰਟ ਕਰਦੇ ਹਾਂ। ਰਹੀ ਗੱਲ ਲੀਡਰਸ਼ਿਪ ਦੀ, ਲੀਡਰਸ਼ਿਪ ਨੂੰ ਮੈਂ ਇੱਕ ਗੱਲ ਬਰਨਾਲੇ ਦੇ ਲੋਕ ਸੁਣਦੇ ਆ, ਬੜੀ ਧਿਆਨ ਨਾਲ ਜ਼ਿੰਮੇਵਾਰੀ ਨਾਲ ਗੱਲ ਇਹ ਕਹਿਣਾ ਚਾਹੁੰਦਾ, ਜਦੋਂ ਸਾਰੇ ਹਿੰਦੁਸਤਾਨ 'ਚ, ਸਾਰੇ ਵਰਲਡ 'ਚ ਕੋਵਿਡ ਦੀ ਭਿਆਨਕ ਬਿਮਾਰੀ ਦਾ ਸਮਾਂ ਸੀਗਾ, ਉਸ ਟਾਈਮ ਕੋਈ ਵੀ ਬੰਦਾ ਆਪਣੇ ਘਰੋਂ ਨਿਕਲ ਕੇ ਰਾਜੀ ਨਹੀਂ ਸੀ। ਆਪਦੇ ਪਰਿਵਾਰ 'ਚ, ਆਪਦੇ ਬੱਚਿਆਂ 'ਚ ਰਹਿ ਕੇ ਉਹ ਟਾਈਮ ਪਾਸ ਕਰਦਾ ਸੀ, ਬਾਹਰ ਨਾ ਨਿਕਲ ਜਾਵੇ। ਉਸ 4-5 ਮਹੀਨੇ ਦੇ ਸਮੇਂ ਦੌਰਾਨ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਸੰਦੀਪ ਗੋਇਲ ਜੀ, SSP ਬਰਨਾਲਾ। ਨਾ ਤਾਂ ਇੱਥੇ ਉਹਨਾਂ ਦਾ ਜਨਮ ਹੋਇਆ, ਨਾ ਉਹ ਪਹਿਲਾਂ ਕਿਤੇ ਆਈ ਸੀ। ਇੱਥੇ ਉਹਨਾਂ ਨੇ ਕੋਵਿਡ ਦੇ ਸਮੇਂ ਵਿੱਚ ਉਹ ਕੰਮ ਕੀਤਾ ਸ਼ਾਇਦ ਕੋਈ ਵਿਅਕਤੀ ਨਾ ਕਰ ਸਕਦਾ ਹੋਵੇ। ਸ਼ੂਗਰ ਦੇ ਪੇਸ਼ੈਂਟ ਸੀ, ਹਾਈਪਰ ਟੈਂਸ਼ਨ ਵੀ ਹੋ ਗਈ, ਕਈ ਵਾਰੀ ਅਗਰੈਸਿਵ ਵੀ ਹੋ ਜਾਂਦੇ ਸੀ, ਪਰ ਦਿਨ ਰਾਤ ਉਹਨਾਂ ਨੇ ਜੋ ਬਰਨਾਲੇ ਦੇ ਲੋਕਾਂ ਦੀ ਸੇਵਾ ਕੀਤੀ, ਬੱਸਾਂ 'ਤੇ ਚੜ੍ਹੇ, ਸਾਬਣਾਂ ਮੰਗਾਈਆਂ, ਇੱਕ ਟੀਮ ਤਿਆਰ ਕੀਤੀ। ਜਿਹੜਾ ਜ਼ਰੂਰਤਮੰਦ ਘਰ ਸੀ, ਚਾਹੇ ਉਹ ਕੋਈ ਗਰੀਬ ਦਾ ਸੀ, ਉਹਦੇ ਘਰੇ ਦੁੱਧ ਚਾਹੀਦਾ ਸੀ, ਰਾਸ਼ਨ ਚਾਹੀਦਾ ਸੀ, ਰਾਤ ਨੂੰ 12 ਵਜੇ ਵੀ, ਸਵੇਰੇ 5 ਵਜੇ ਵੀ, ਮੈਂ ਕਹਿੰਦਾ ਜਿੰਨੀ ਉਹਨਾਂ ਨੇ ਸੇਵਾ ਕੀਤੀ ਹੈਗੀ ਬਰਨਾਲੇ ਦੇ ਲੋਕ, ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ। ਹਾਲਾਂਕਿ ਪੁਲਿਸ ਦੀ ਪ੍ਰਸ਼ੰਸਾ ਬਹੁਤ ਲੋਕ ਘੱਟ ਕਰਦੇ ਹੁੰਦੇ ਆ, ਕਿਉਂਕਿ ਪੁਲਿਸ ਦਾ ਰਵੱਈਆ ਇਹੋ ਜਿਹਾ ਹੁੰਦਾ ਹੈਗਾ, ਪਰ ਕੋਵਿਡ ਦੇ ਸਮੇਂ 'ਚ ਮੈਂ ਤਾਂ ਕਹੂੰ ਵੀ ਉਹ ਇੱਕ ਫਰਿਸ਼ਤਾ ਬਣ ਕੇ ਆਏ ਸੀ, ਜਿਨ੍ਹਾਂ ਨੇ ਲੋਕਾਂ ਦੀ ਇੰਨੀ ਇਮਾਨਦਾਰੀ ਨਾਲ ਸੇਵਾ ਕੀਤੀ। ਗਿਰੀਰਾਜ ਸੁਸਾਇਟੀ ਕੰਨਿਓ ਮੈਂ ਉਹਦਾ ਜਨਰਲ ਸਕੱਤਰ ਹੋਣ ਦੇ ਨਾਤੇ ਸ਼੍ਰੀ ਸੰਦੀਪ ਗੋਇਲ ਜੀ ਦਾ, ਸੰਦੀਪ ਗੋਇਲ ਜੀ ਕੀ ਨੇ ਜੀ ਉਹਦੇ ਗਿਰੀਰਾਜ ਸੁਸਾਇਟੀ? ਗਿਰੀਰਾਜ ਸੇਵਾ ਸੁਸਾਇਟੀ ਉਹਨਾਂ ਦੇ ਦੇਖ ਰੇਖ 'ਚ ਹੀ ਬਣੀ ਸੀ, ਪਰ ਉਹਨਾਂ ਨੇ ਕੋਈ ਅਹੁਦਾ ਨਹੀਂ ਲਿਆ। ਉਹ ਕਹਿੰਦੇ ਮੈਂ ਕੋਈ ਅਹੁਦਾ ਨਹੀਂ ਲੈਣਾ। ਜੋ ਫੰਡ ਸੀ ਸਾਰੇ ਉਹ ਬਾਈ ਚੈੱਕ ਆਏ। ਖਜ਼ਾਨਚੀ ਉਹਦੇ ਸ਼੍ਰੀ ਦੀਪਕ ਸੋਨੀ ਜੀ ਆ, ਅਸ਼ੋਕ ਜੀ ਚੇਅਰਮੈਨ ਸਾਹਿਬ, ਅਸ਼ੋਕ ਲਖਪਤ ਰਾਏ ਜੀ ਵਾਲੇ ਉਹਦੇ ਪ੍ਰਧਾਨ ਤੇ ਸਰਪ੍ਰਸਤ ਆ ਗਏ। ਉਸ ਤੋਂ ਬਾਅਦ ਉਹ ਟਾਈਮਾਂ 'ਚ ਵੀ ਤੁਸੀਂ ਐਂ ਲਾ ਲਓ, ਇੱਕ ਸਪੈਸ਼ਲ ਐਂਬੂਲੈਂਸ ਲੈ ਕੇ ਆਂਦੀ, ਹੋਰ ਬਹੁਤ ਜਿਨ੍ਹਾਂ ਲੋਕਾਂ ਦੇ ਅੰਗ ਨਹੀਂ ਲੱਗ ਸਕਦੇ ਸੀ, ਜੇ ਕੋਈ ਪੜ੍ਹਾਈ ਨਹੀਂ ਕਰ ਸਕਦਾ ਸੀ, ਕਿਸੇ ਦਾ ਇਲਾਜ ਸੀ, ਬਹੁਤ ਸੇਵਾ ਕੀਤੀ। ਮੈਂ ਇਸ ਕਰਕੇ ਵਿਸ਼ੇਸ਼ ਤੌਰ 'ਤੇ ਸ਼੍ਰੀ ਸੰਦੀਪ ਗੋਇਲ ਜੀ, SSP ਬਰਨਾਲਾ ਦਾ, ਜੋ ਇੱਥੋਂ ਆਪਦਾ ਟ੍ਰਾਂਸਫਰ ਹੋ ਕੇ ਚਲੇ ਗਏ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਨਹੀਂ ਲੋਟਾ ਜੀ, ਤੁਸੀਂ ਧੰਨਵਾਦ ਕਰਦੇ ਹੋ। ਚਲੋ ਪੁਲਿਸ ਅਫਸਰ ਦੇ ਤੌਰ 'ਤੇ ਸੀ, ਇਹਨਾਂ ਦਿਨਾਂ ਦੇ ਵਿੱਚ ਵੀ ਸੰਦੀਪ ਗੋਇਲ ਜੀ ਮਤਲਬ ਫਤਿਹਗੜ੍ਹ ਸਾਹਿਬ ਦੇ ਵਿੱਚ ਉਹ ਪੋਸਟਿੰਗ ਹੋ ਕੇ ਚਲੇ ਗਏ ਉਹਨਾਂ ਦੇ, ਤੇ ਇਹ ਠੀਕ ਹੈ, ਇਹਦੇ ਗੱਲ ਵਿੱਚ ਦੋ ਰਾਇਆਂ ਕੋਈ ਗੱਲ ਨਹੀਂ ਵੀ ਕੋਵਿਡ ਦੇ ਸਮੇਂ ਦੇ ਦੌਰਾਨ ਉਹਨਾਂ ਨੇ ਮਤਲਬ ਜਿਹੜਾ ਅੱਗੇ ਹੋ ਕੇ ਮਤਲਬ ਆਗੂ ਭੂਮਿਕਾ ਦੇ ਵਿੱਚ ਕੰਮ ਕੀਤਾ, ਉਹਨੂੰ ਲੋਕ ਯਾਦ ਕਰਦੇ ਨੇ। ਪਰ ਪਰ ਦੂਜੀ ਗੱਲ ਜਿਹੜੀ ਮੈਂ ਇੱਥੇ ਕਹਿਣੀ ਆ, ਲੋਕਾਂ ਦੇ ਵਿੱਚ ਤਾਂ ਚਰਚਾ ਇਹ ਵੀ ਚੱਲ ਰਹੀ ਹੈ ਵੀ ਸੰਦੀਪ ਗੋਇਲ ਹੀ ਸ਼ਾਇਦ ਇੱਥੋਂ ਚੋਣ ਹੈ। ਠੀਕ ਹੈ, ਇਹ ਉਹ ਮਤਲਬ ਹਾਲਾਂਕਿ ਉਹਨਾਂ ਦੀ 7 ਸਾਲ ਦੇ ਕਰੀਬ ਪਈ ਹੈ, ਪਰ ਬਰਨਾਲਾ ਹਲਕੇ ਦੇ ਵਿੱਚ ਇਹ ਵੱਡੇ ਪੱਧਰ 'ਤੇ ਚਰਚਾ ਚੱਲਦੀ ਹੈ। ਤੁਸੀਂ ਤਾਂ ਉਹਨਾਂ ਦੇ ਕਰੀਬੀ ਮਤਲਬ ਸਾਥੀਆਂ ਦੇ ਵਿੱਚੋਂ ਰਹੇ ਹੋ ਕੋਵਿਡ ਦੇ ਦੌਰਾਨ, ਵੀ ਤੁਸੀਂ ਵੀ ਉਹਨਾਂ ਦੇ ਨਾਲ ਕੰਮ ਕੀਤਾ ਹੈ, ਤੇ ਲੋਕਾਂ 'ਚ ਤਾਂ ਚਰਚਾ ਇਹ ਚੱਲਦੀ ਹੈ ਵੀ ਸੰਦੀਪ ਗੋਇਲ ਹੈ ਜਿਹੜੇ ਉਹ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਦੇਖੋ ਉਹਨਾਂ ਦਾ ਮਨ ਕੀ ਆ, ਮੈਂ ਇਸ ਬਾਰੇ ਤਾਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰ ਜਿੱਥੇ ਲੋਕਾਂ ਨੇ ਜਿਹੜੇ ਜ਼ਿੰਮੇਵਾਰ ਬੰਦਿਆਂ ਨੂੰ ਵੋਟਾਂ ਪਾਈਆਂ ਉਹਨਾਂ ਵਾਸਤੇ ਡਾਂਗਾਂ ਖਾਧੀਆਂ, ਰੋੜੇ ਖਾਧੇ, ਪਰ ਉਹ ਲੋਕ ਕੋਵਿਡ ਦੇ ਸਮੇਂ ਦੌਰਾਨ ਆਪਣੀ ਜ਼ਿੰਮੇਵਾਰੀ ਭੁੱਲ ਕੇ ਆਪਣੇ ਘਰੇ ਬੈਠੇ ਰਹੇ। ਕੋਈ ਉਹਨਾਂ ਨੇ ਕੋਵਿਡ ਵਿੱਚ ਕੰਮ ਨਹੀਂ ਕੀਤਾ, ਕੋਈ ਉਹਨਾਂ ਨੇ ਫੰਡ ਨਹੀਂ ਦਿੱਤਾ। ਸਾਰਾ ਪੈਸਾ ਸ਼ਹਿਰ ਦੇ ਦਾਨੀ ਸੱਜਣਾਂ ਨੇ ਇਕੱਠੇ ਕਰਕੇ ਇੱਕ ਡੰਪ ਬਣਾਇਆ। ਡੰਪ ਤੋਂ
ਲਿਸਟਾਂ ਬਣ ਕੇ ਜੋ ਗਰੀਬ ਬਸਤੀਆਂ ਸੀ ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਇਹ ਨਹੀਂ ਵੀ ਇਕੱਲਾ ਉੱਥੇ ਅਸੀਂ ਬੈਠੇ ਸੀ ਕਾਂਗਰਸ ਦੇ ਵਰਕਰਾਂ ਨੂੰ ਹੀ ਉੱਥੇ ਉਹ ਦਿੱਤੀ ਆ, ਚਾਹੇ ਉਹ ਅਕਾਲੀ ਦਲ ਦੇ ਸੀ, ਚਾਹੇ ਆਮ ਆਦਮੀ ਪਾਰਟੀ ਦੇ ਵਰਕਰ ਸੀ, ਚਾਹੇ BS ਕੋਈ ਵੀ ਆਉਂਦਾ ਸੀ, ਦੇਖਦੇ ਸੀ ਚੈੱਕ ਕਰਕੇ ਵੀ ਵਾਕਈ ਇੱਥੇ ਗਰੀਬੀ ਨਾਲ ਤੇ ਇਸ ਚੀਜ਼ ਦੀ ਲੋੜ ਆ, ਤਾਂ ਅਸੀਂ ਉੱਥੇ ਉਹ ਚੀਜ਼ ਮੁਹੱਈਆ ਕਰਵਾਈ ਹੈਗੀ। ਲੋਟਾ ਜੀ ਗੱਲ ਫਿਰ ਉਸੇ ਗੱਲ ਤੇ ਆਪਾਂ ਆਉਣੇ ਆ ਵੀ ਜਿਹੜਾ ਕਾਂਗਰਸ ਦੀ ਧੜੇਬੰਦੀ ਹੈ, ਤੀਸਰਾ ਤੁਹਾਨੇ ਵਿੱਚ ਜ਼ਿਕਰ ਜੇ ਕੀਤਾ ਤਾਂ ਦੇਖੋ ਜਿਵੇਂ ਕਹਿੰਦਾ ਜਿਹੜੀ ਮਤਲਬ ਜਿਹੜਾ ਧੂੰਆਂ ਹੈ ਉਹ ਜੇ ਅੱਗ ਕਿਤੇ ਨਾ ਕਿਤੇ ਲੱਗੀ ਹੁੰਦੀ ਹੈ ਉਹ ਧੂੰਆਂ ਤਾਂ ਉੱਠਦਾ ਵੀ ਮੈਨੂੰ ਤਾਂ ਇਹ ਲੱਗਦਾ ਹੈ ਵੀ ਮਤਲਬ ਸੰਦੀਪ ਗੋਇਲ ਜੀ ਹੋ ਸਕਦਾ ਕਿਉਂ ਅੱਜ ਉਹ ਜੌਬ ਦੇ ਵਿੱਚ ਆਪਾਂ ਉਹਨਾਂ ਦੇ ਇਸ ਮਾਮਲੇ ਤੇ ਕੋਈ ਪੱਖ ਨਹੀਂ ਲੈ ਸਕਦੇ ਵੀ ਠੀਕ ਹੈ ਤੁਸੀਂ ਗੱਲ ਉਹਨਾਂ ਦੀ ਕੀਤੀ ਸੀ, ਮੈਂ ਸਿਰਫ ਇਸ ਕਰਕੇ ਉਹ ਗੱਲ ਕੀਤੀ ਹੈ ਜਿਹੜੀ ਲੋਕਾਂ ਦੇ ਵਿੱਚ ਚਰਚਾ ਦੇ ਵਿੱਚ ਗੱਲ ਹੈਗੀ ਹੈ। ਤੇ ਦੂਸਰੀ ਜਿਹੜੀ ਆਪਣਾ ਮੁੱਖ ਮੁੱਦਾ ਸੀ ਵੀ ਇਹ ਸਾਰੇ ਜਿਹੜੇ ਹਾਲਾਤ ਨੇ ਇਹ ਕਾਂਗਰਸ ਦੀਆਂ ਸੰਭਾਵਨਾਵਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਹੋ ਜਿਹੀਆਂ ਦੇਖਦੇ ਹੋ ਤੁਸੀਂ? ਦੇਖੋ ਇਸ ਗੱਲ ਦੀ ਤਾਂ ਹੁਣ ਤਾਂ ਜੁਮਾ 8 ਦਿਨ ਰਹਿਣ ਵਾਲੀ ਗੱਲ ਹੋ ਗਈ। ਇਸ ਗੱਲ ਦੀ ਸੰਭਾਵਨਾ ਜਿਹੜੀ ਕਾਂਗਰਸ ਵਰਕਰਾਂ 'ਚ ਰੋਸ ਸੀ ਨਿੱਕਾ ਜੀ, ਉਹ ਤਾਂ ਨਗਰ ਕੌਂਸਲ ਦੀਆਂ ਚੋਣਾਂ ਵੇਲੇ ਸ਼ੁਰੂ ਹੋ ਗਈ ਸੀ, ਕਿਉਂਕਿ ਉਹਦਾ ਮੇਨ ਕਾਰਨ ਕੀ ਸੀ, ਬਰਨਾਲੇ 31 ਵਾਰਡ ਆ, ਤੁਸੀਂ ਵੀ ਰੋਜ਼ ਸਾਰੇ ਵਾਰਡਾਂ 'ਚ ਦੇਖਦੇ ਹੋ ਕੰਮ ਕਿਸ ਤਰੀਕੇ ਨਾਲ ਹੁੰਦੇ ਆ, ਕਿਸ ਤਰੀਕੇ ਨਾਲ ਨਹੀਂ ਹੁੰਦੇ। ਜੋ ਡੀਲਿਮਿਟੇਸ਼ਨ ਕਮੇਟੀ ਬਣੀ ਸੀਗੀ, ਮੈਂ ਦੁਬਾਰਾ ਦੁਹਰਾਉਣਾ ਚਾਹੁੰਦਾ, ਜੋ ਡੀਲਿਮਿਟੇਸ਼ਨ ਕਮੇਟੀ ਬਣੀ ਸੀ ਜਿਨ੍ਹਾਂ ਨੇ ਵਾਰਡਬੰਦੀ ਨੂੰ ਜਿਹੜੀ ਹੋਈ ਤਾਂ ਉਹ ਡੀਲਿਮਿਟੇਸ਼ਨ ਕਮੇਟੀ ਸੀ, ਪਰ ਮੈਨੂੰ ਲੱਗਦਾ ਵੀ ਉਹ ਕਾਂਗਰਸ ਦੀਆਂ ਜੜ੍ਹਾਂ 'ਚ ਤੇਲ ਦੇਣ ਲਈ ਸਭ ਤੋਂ ਮੈਂ ਉਹੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਜੀ, ਜਦੋਂ ਸਰਕਾਰ 'ਚ ਜ਼ਿੰਮੇਵਾਰ ਅਹੁਦਿਆਂ ਤੇ ਬਹਿ ਕੇ ਆਪਾਂ ਇੱਕ ਡੀਲਿਮਿਟੇਸ਼ਨ ਕਮੇਟੀ ਦਾ ਗਠਨ ਕਰ ਲਿਆ, ਤਾਂ ਉਹ ਗਠਨ ਦੇ ਵਿੱਚ ਜਿਹੜੇ ਉਦੋਂ ਡੀਲਿਮਿਟੇਸ਼ਨ ਕਮੇਟੀ ਦੇ ਮੈਂਬਰ ਬਣਾਏ, ਮੈਂ ਕਹਿੰਦਾ ਸਭ ਨਾਲੋਂ ਮਾੜੀ ਭੂਮਿਕਾ ਲੀਡਰਸ਼ਿਪ ਦੀ ਬਰਨਾਲੇ ਦੀ, ਤੇ ਉਹ ਡੀਲਿਮਿਟੇਸ਼ਨ ਕਮੇਟੀ ਦੇ ਮੈਂਬਰ ਆ ਜਿਨ੍ਹਾਂ ਨੇ ਉਹ ਕਮੇਟੀ ਬਣਾਈ, ਜਿਨ੍ਹਾਂ ਨਾਲ ਬਹਿ ਕੇ ਵਿਚਾਰ ਵਟਾਂਦਰੇ ਕੀਤੇ। ਮੈਂ ਕਹਿੰਦਾ ਉਹਨਾਂ ਨੇ ਬਰਨਾਲੇ ਦੀ ਕਾਂਗਰਸ ਦਾ ਸੱਤਿਆਨਾਸ਼ ਕਰਤਾ। ਦੇਖੋ ਵਾਰਡ ਨੰਬਰ 7 ਯਾਨੀ ਪੁੱਠੀ ਗਿਣਤੀ ਤਾਂ ਤੁਹਾਡੇ ਹਿਸਾਬ ਨਾਲ ਕਾਂਗਰਸ ਦੀ ਉਦੋਂ ਹੀ ਸ਼ੁਰੂ ਹੋ ਗਈ ਨਗਰ ਕੌਂਸਲ ਦੀਆਂ ਚੋਣਾਂ ਵੇਲੇ। ਔਡ ਈਵਨ ਦੇ ਹਿਸਾਬ ਨਾਲ ਵਾਰਡਬੰਦੀ ਹੁੰਦੀ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। 1 ਨੰਬਰ ਵਾਰਡ ਜਰਨਲ, 2 ਨੰਬਰ SC ਹੁੰਦਾ, ਪਰ 94 ਵਾਰਡਾਂ ਨੂੰ ਨਿਸ਼ਾਨਾ ਬਣਾ ਕੇ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਖਾਤਰ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਦਾ, ਵਾਰਡ ਨੰਬਰ 7 ਹੈਗਾ ਜਿੱਥੋਂ ਕਰਮਜੀਤ ਕੌਰ ਦਪਾਣਾ ਚੋਣ ਜਿੱਤੇ ਆ, ਉਹਨਾਂ ਦਾ ਪਰਿਵਾਰ ਉੱਥੋਂ 20 ਸਾਲ ਤੋਂ ਕਾਬਜ ਆ, ਗੁਲਜ਼ਾਰ ਸਿੰਘ ਜੀ, ਸੁਖਪਾਲ ਸਿੰਘ ਜੀ ਦਪਾਣਾ, ਇਹ ਵਾਰਡ ਹਮੇਸ਼ਾ SC ਰਿਹਾ। ਜਦੋਂ ਕਾਂਗਰਸ ਨੂੰ ਪਤਾ ਸੀ ਵੀ ਇੱਥੇ ਸਾਡੇ ਕੋਲ ਕੈਂਡੀਡੇਟ ਹੈ ਨਹੀਂ, ਤਾਂ ਉਹਨਾਂ ਨੇ ਵਾਰਡ SC ਕਿਉਂ ਕੀਤਾ ਇਹ, ਫਿਰ ਦੁਬਾਰਾ ਉਹਨਾਂ ਨੂੰ ਪਾਰਟੀ 'ਚ ਲਾ ਲਿਆ। ਕਾਂਗਰਸ ਨੂੰ ਉੱਥੇ ਮੈਨੂੰ ਲੱਗਦਾ 200-250 ਵੋਟ ਤੋਂ ਵੱਧ ਨਹੀਂ ਪਈ, ਜਿੱਤ ਦਾ ਅੰਤਰ ਆ ਜਿਹੜਾ ਉਹ 700-800 ਹਜ਼ਾਰ ਵੋਟਾਂ ਦੇ ਨੇੜੇ ਤੇੜੇ ਹੋਊਗਾ। ਇਸ ਤਰ੍ਹਾਂ ਹੀ ਵਾਰਡ ਨੰਬਰ 16 ਵਿੱਚ ਇੱਥੋਂ ਬੇਸ਼ੱਕ ਮੈਂ ਉਹਨਾਂ ਨੂੰ ਚਾਚਾ ਜੀ ਕਹਿੰਦਾ, ਸਾਡੇ ਪਰਿਵਾਰਕ ਸੰਬੰਧ ਆ, ਚਾਹੇ ਹੇਮਰਾਜ ਜੀ ਗਰਗ ਉੱਥੋਂ ਚੋਣ ਜਿੱਤ ਗਏ, ਪਰ ਉੱਥੇ ਇੱਕ ਗਰੀਬ ਬੰਦਾ ਗਿਆਨ ਚੰਦ ਲੱਕੀ, ਮੈਨੂੰ ਯਾਦ ਆ ਉਹਦੇ ਟ੍ਰੈਜਡੀ ਵੀ ਹੋਈ, ਉਹਦੇ ਬੇਟੇ ਦੀ ਵੀ ਡੈਥ ਹੋਈ, ਗਰੀਬ ਦੁਕਾਨਦਾਰ ਸੀ। ਪਿਛਲੀ ਵਾਰ ਉਹਨੇ ਆਜ਼ਾਦ ਚੋਣ ਲੜੀ ਸੀ, ਉਹਦਾ ਚੋਣ ਨਿਸ਼ਾਨ ਬੰਸਰੀ ਸੀ। ਇਸ ਵਾਰ ਉਹਨੇ ਕਾਂਗਰਸ ਤੇ ਟਿਕਟ 'ਤੇ ਚੋਣ ਲੜੀ। ਤੁਸੀਂ ਹੈਰਾਨੀ ਦੀ ਗੱਲ ਮੰਨੋਗੇ, ਜੋ ਆਜ਼ਾਦ ਤੌਰ 'ਤੇ ਉਹਨੂੰ ਚੋਣ ਵੋਟਾਂ ਪਈਆਂ ਸੀ ਕਾਂਗਰਸ ਦੇ ਨਿਸ਼ਾਨ 'ਤੇ, ਉਸ ਤੋਂ ਵੀ ਘੱਟ ਵੋਟਾਂ ਨੇ ਜਿਹੜੀਆਂ ਉਹਨੂੰ ਪਈਆਂ ਨੇਗੀਆਂ। ਇਸ ਤਰ੍ਹਾਂ ਹੀ ਵਾਰਡ ਨੰਬਰ 30 ਇਹ ਲੇਡੀ ਜਰਨਲ ਵਾਰਡ ਸੀ, ਪਿਛਲੀ ਵਾਰੀ ਇਹ ਜਰਨਲ ਸੀ, ਇੱਥੋਂ ਗੁਰਪਾਲ ਸਿੰਘ ਸ਼ੰਮਾ ਜੀ ਚੋਣ ਜਿੱਤੇ। ਜਦੋਂ ਕਾਂਗਰਸ ਨੂੰ ਪਤਾ ਸੀ ਵੀ ਸਾਡੇ ਕੋਲ ਕੈਂਡੀਡੇਟ ਨਹੀਂ ਹੈਗਾ, ਬਰਨਾਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਢਿੱਲੋਂ ਦੀ ਵਾਈਫ ਨੇ ਇੱਥੇ ਚੋਣ ਲੜੀ ਤੇ 1000 ਤੋਂ ਵੱਧ ਵੋਟਾਂ 'ਤੇ ਉਹ ਜਿੱਤੇ। ਇਸੇ ਤਰ੍ਹਾਂ ਹੀ ਵਾਰਡ ਨੰਬਰ 26 ਜਿੱਥੇ ਡੀਲਿਮਿਟੇਸ਼ਨ ਕਮੇਟੀ ਦੇ ਮੈਂਬਰ ਉਹ ਵੀ SC ਕਾਸਟ ਦੇ ਆ, ਉੱਥੋਂ ਉਹਨਾਂ ਨੇ ਉਹ ਵਾਰਡ 26 ਨੰਬਰ ਵਾਰਡ SC ਕਰਾ ਲਿਆ। ਇੱਥੋਂ ਆਪ ਆਦਮੀ ਪਾਰਟੀ ਦੇ ਉਮੀਦਵਾਰ ਬੰਟੀ ਜੀ ਜਿੱਤੇ ਤੇ ਕਾਂਗਰਸ ਨੇ ਉੱਥੋਂ 100-150 ਵੋਟ। ਇਹ ਕਾਂਗਰਸ ਦੀ ਜਿਹੜੀ ਡੀਲਿਮਿਟੇਸ਼ਨ ਕਮੇਟੀ ਬਣੀ ਸੀ ਉਹਦੇ ਮੈਂਬਰ ਦੀ ਥਾਂ ਤੋਂ ਵੀ ਆਮ ਆਦਮੀ ਪਾਰਟੀ ਜਿੱਤ ਗਈ। ਖੁਦ ਚੋਣ ਲੜਦੇ, ਜਦੋਂ ਆਪਾਂ ਨੂੰ ਪਤਾ ਉਸ ਵਾਰਡ 'ਚ ਆਪਾਂ ਰਹਿੰਦੇ ਵਾਰਡ ਨੂੰ SC ਕਰਾਏਗਾ ਤਾਂ ਆਪਾਂ ਨੂੰ ਕੈਂਡੀਡੇਟ ਨਾ ਇੱਥੇ ਆਵੇ। ਜਿਹੜਾ ਸਾਡਾ ਜਾਤੀ ਤੌਰ 'ਤੇ ਨੁਕਸਾਨ ਕੀਤਾ ਗਾ ਵਾਰਡ ਨੰਬਰ 19, ਕਿਤੇ ਤੁਹਾਡਾ ਚੀਜ਼ ਉਹੀ ਤਾਂ ਨਹੀਂ ਪੈ ਰਹੀ ਵੀ ਤੁਹਾਨੂੰ ਲੱਗ ਰਿਹਾ? ਚੀਜ਼ ਨਹੀਂ ਜੀ, ਆਮ ਵਰਕਰ ਨੂੰ ਵੀ ਚੀਜ਼ ਆ। ਦੇਖੋ ਕਿੰਨੇ ਕੈਂਡੀਡੇਟ ਕਾਂਗਰਸ ਦੇ ਹਾਰ ਗਏ। ਆਪਾਂ 2022 ਦੀ ਜਿਹੜੀ ਵਿਧਾਨ ਸਭਾ ਦੀ ਚੋਣ ਆ ਉਹਨੂੰ ਤਾਂ ਆਪਾਂ ਦੇਖ ਰਹੇ ਹਾਂਗੇ ਵੀ ਅਸੀਂ ਚੋਣ ਲੜਨੀ ਹੈ। ਜਿਹੜੇ ਕਾਂਗਰਸ ਦੇ ਕੈਂਡੀਡੇਟ ਹਾਰ ਗਏ ਪਾਰਟੀ ਦੀ ਟਿਕਟ ਉੱਪਰ ਚੋਣ ਲੜ ਕੇ, ਇੱਕ ਵਾਰ ਵੀ ਉਹ ਕੈਂਡੀਡੇਟਾਂ ਨੂੰ ਬੁਲਾ ਕੇ ਇਹ ਨਹੀਂ ਪੁੱਛਿਆ ਗਿਆ ਵੀ ਕੋਈ ਸਮੀਖਿਆ ਨਹੀਂ ਕੀਤੀ ਗਈ ਵੀ ਤੁਹਾਡੇ ਹਾਰ ਦਾ ਕਾਰਨ ਕੀ ਆ। ਚਲੋ ਮੈਂ ਤਾਂ ਵੀ ਹਾਰ ਦੇ ਜਿਹੜੇ ਜ਼ਖਮ ਸੀ ਉਹਨਾਂ ਤੇ ਮੱਲਮ ਲਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਆਪਾਂ ਜਿਹੜੇ ਕੈਂਡੀਡੇਟਾਂ ਨੇ ਉਹ ਹਰੇ ਸੀ, ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਪਾਰਟੀ ਵਿੱਚ ਜੁਆਇਨ ਕਰਾਉਣ ਨੂੰ ਤਾਂ ਤੁਰ ਪਏ, ਜੁਆਇਨ ਕਰਾਉਣ ਨੂੰ ਕਾਂਗਰਸ ਦਾ ਕੋਈ ਬੰਦਾ ਜਵਾਬ ਨਹੀਂ ਦਿੰਦਾ।
ਚਲੋ ਪਾਰਟੀ ਦਾ ਜੇ ਘੇਰਾ ਬਣਾਉਣਾ ਹਾਂ, ਆਪਾਂ ਘੇਰਾ ਵੱਧਦਾ ਰਹੇ ਇਹ ਤਾਂ। ਘੇਰਾ ਵੱਧਦਾ ਰਹੇ, ਆਪਾਂ ਨੇ ਬੰਦੇ ਜੁਆਇਨ ਵੀ ਕਰਾਉਣੇ ਹੁੰਦੇ ਆ, ਦੂਜੀਆਂ ਪਾਰਟੀਆਂ 'ਚੋਂ ਬੰਦੇ ਲੈ ਕੇ ਆਉਣੇ ਹੁੰਦੇ ਆ, ਪਰ ਇਹ ਨਹੀਂ ਹੈਗਾ ਆਪਾਂ ਜਿਹੜੇ ਕਾਂਗਰਸ ਦੇ ਕੈਂਡੀਡੇਟ ਹਾਰ ਕੇ ਉਹਨਾਂ ਨਾਲ ਤਾਂ ਸਮੀਖਿਆ ਹੀ ਨਹੀਂ ਕੀਤੀ ਵੀ ਤੁਹਾਡੇ ਹਾਰ ਦਾ ਕਾਰਨ ਕੀ ਆ, ਕਿਹਨੇ ਤੁਹਾਡੀ ਮਦਦ ਕੀਤੀ, ਕਿਹਨੇ ਤੁਹਾਡੀ ਮਦਦ ਨਹੀਂ ਕੀਤੀ। ਹਜੇ ਤੱਕ ਉਹਨਾਂ ਨੂੰ ਅੱਜ ਤੱਕ ਨਹੀਂ ਬੁਲਾ ਕੇ ਪੁੱਛਿਆ। ਰੋਸ ਤਾਂ ਵਰਕਰਾਂ 'ਚ ਵੱਧ ਹੀ ਗਿਆ। ਇਸ ਤਰ੍ਹਾਂ ਹੀ ਵਾਰਡ ਨੰਬਰ 19 ਸੀਗਾ ਜਿਹੜਾ ਜਰਨਲ ਸੀ, ਉੱਥੇ ਟਿਕਟ ਐਸਸੀ ਨੂੰ ਦੇਤੀ। ਵਾਰਡ ਨੰਬਰ 28 ਸੀਗਾ ਉਹ ਜਰਨਲ ਸੀ, ਉੱਥੇ ਟਿਕਟ ਐਸਸੀ ਨੂੰ ਦੇਤੀ। ਜੇ ਐਸਸੀ ਨੂੰ ਟਿਕਟ ਦੇਣੀ ਸੀ ਉਹ ਵਾਰਡ ਰਿਜ਼ਰਵ ਕਰ ਦਿੰਦੇ, 2 ਵਾਰਡ ਹੋਰ ਜਰਨਲ ਕਰ ਦਿੰਦੇ। ਮੈਂ ਤਾਂ ਚਲੋ 4 ਵਾਰੀ ਐਮਸੀ ਦੇ ਤੌਰ ਤੇ ਇਸ ਚੀਜ਼ ਦਾ ਨਿੱਘ ਵੀ ਮੰਨਿਆ, ਲੋਕਾਂ ਦੀ ਸੇਵਾ ਵੀ ਕੀਤੀ ਹੈ। ਮੈਨੂੰ ਇਸ ਚੀਜ਼ ਦੀ ਬਾਹਲੀ ਦਿਮਾਗ ਤੇ ਨਹੀਂ ਮੈਂ ਹਾਰ ਗਿਆ ਜਾਂ ਮੇਰੀ ਹਾਰ ਦਾ ਕਾਰਨ ਕੀ ਹੈ। ਪਰ ਜਿਹੜੀਆਂ ਪਾਰਟੀਆਂ ਨੇ, ਤੁਸੀਂ ਇੱਕ ਚੀਜ਼ ਦੇਖੋ, ਸਾਰੇ ਵਾਰਡਾਂ ਵਿੱਚ ਝਾੜੂ ਦੇ ਕੈਂਡੀਡੇਟ ਵੀ ਖੜੇ, ਆਪਦੇ ਤੱਕੜੀ ਦੇ ਵੀ ਖੜੇ। ਸਾਡਾ ਵਾਰਡ ਇਹੋ ਜਿਹਾ ਸੀ ਜਿੱਥੇ ਨਾ ਝਾੜੂ ਦਾ ਕੈਂਡੀਡੇਟ ਸੀ ਨਾ ਤੱਕੜੀ ਦਾ ਕੈਂਡੀਡੇਟ ਸੀ। ਪਤਾ ਨਹੀਂ ਕੀ ਮਿਲ ਕੇ ਟ੍ਰਾਇੰਗੂਲਰ ਫਾਈਟ ਕੀਤੀ ਹੋਈ ਸੀਗੀ ਵੀ ਇਸ ਵਾਰਡ 'ਤੇ ਸਾਰਾ ਧਿਆਨ ਕੇਂਦਰਿਤ ਕਰਨਾ। ਚਲੋ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਜਿੱਥੇ ਕਾਂਗਰਸ ਨੂੰ 200-250 ਵੋਟ ਪੈਂਦੀ ਸੀ, ਜਿੱਥੇ ਵਿਰੋਧੀ 1000 ਵੋਟ ਦੇ ਜਿੱਤਦੇ ਸੀ, ਉਹ ਫਾਸਲਾ ਘੱਟ ਕੇ ਸੈਂਕੜਿਆਂ 'ਚ ਰਹਿ ਗਿਆ। ਅਸੀਂ ਤਾਂ ਅੱਜ ਵੀ ਲੋਕਾਂ 'ਚ ਵਿਚਰਦੇ ਹਾਂ। ਹਾਰ ਜਿੱਤ ਤਾਂ ਧੁੱਪ ਤੇ ਛਾਂ ਪਰਛਾਵੇਂ ਹੈ, ਜ਼ਿੰਦਗੀ 'ਚ ਚੱਲਦੇ ਰਹਿੰਦੇ। ਇਸ ਚੀਜ਼ ਤੋਂ ਨਾ ਕਿਤੇ ਡੋਲ ਹੋਇਆ ਨਾ ਕਿਤੇ ਡੋਲ ਹੋਣਾ ਗਾ। ਲੋਟਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਹਾਨੇ ਇਹ ਕੀਮਤੀ ਸਮਾਂ ਜਿਹੜਾ ਸਾਡੇ ਦਰਸ਼ਕਾਂ ਨਾਲ ਗੱਲਬਾਤ ਲਈ ਕੱਢਿਆ ਤੇ ਕਾਂਗਰਸ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ। ਮੈਂ ਇੱਕ ਗੱਲ ਤੇ ਹੋਰ ਥੋੜੀ ਜਿਹੀ ਚਰਚਾ ਕਰਨਾ ਚਾਹੁੰਦਾ, 1 ਮਿੰਟ। ਹਾਂਜੀ ਹਾਂਜੀ, ਕਿਉਂਕਿ ਪਹਿਲਾਂ ਹੀ ਲੰਬੀ ਹੋ ਗਈ ਸਪੀਚ। ਇੱਥੇ ਮੈਂ ਖਾਸ ਤੌਰ ਤੇ ਸ਼੍ਰੀ ਰਜਿੰਦਰ ਗੁਪਤਾ ਜੀ ਪਦਮ ਸ਼੍ਰੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਨੇ ਕੋਵਿਡ ਦੇ ਸਮੇਂ ਦੌਰਾਨ ਕਿੰਨੇ ਹੀ ਮਾਸਕ, ਕਿੰਨੇ ਹੀ ਸੈਨੀਟਾਈਜ਼ਰ, ਕਿੰਨੀਆਂ ਹੀ ਸਾਬਣਾਂ, ਜਿਨ੍ਹਾਂ ਨੇ ਸਾਨੂੰ ਬਿਨਾਂ ਮੰਗੇ ਤੋਂ ਵੀ ਉੱਥੇ ਟੈਂਪੂ ਭਰ ਕੇ ਆ ਜਾਂਦਾ ਸੀਗਾ। ਰਹੀ ਗੱਲ ਕਾਂਗਰਸ ਪਾਰਟੀ ਦਾ, ਤੁਸੀਂ ਸਵਾਲ ਕੀਤਾ ਸੀ, ਮੈਂ ਕਿਸੇ ਹੋਰ ਗੱਲ 'ਚ ਮੇਰਾ ਧਿਆਨ ਚਲਿਆ ਗਿਆ ਸੀ। ਦੇਖੋ 2007 ਤੋਂ ਲੈ ਕੇ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਇੱਥੇ ਆ ਗਏ। ਤੁਸੀਂ ਕਾਂਗਰਸ ਪਾਰਟੀ ਦਾ ਕਿਤੇ ਹਾਲ ਦੇਖੋ ਜਾ ਕੇ, ਉੱਥੇ ਐਂ ਲੱਗਦਾ ਜਿਵੇਂ ਉਹ ਪਿਸ਼ਾਬ ਘਰ ਬਣ ਗਿਆ ਹੁੰਦਾ। ਕਾਂਗਰਸ ਪਾਰਟੀ ਦਾ ਦਫ਼ਤਰ ਹੈ ਜਿਹੜਾ ਹੁਣ ਤਾਂ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ। ਮੈਨੂੰ ਤਾਂ ਨਹੀਂ ਲੱਗਦਾ ਵੀ ਬਹੁਤੇ ਲੋਕ ਇਹ ਜਾਣਦੇ ਵੀ ਹੋਣਗੇ ਕਾਂਗਰਸ ਪਾਰਟੀ ਦਾ ਦਫ਼ਤਰ ਕਿੱਥੇ ਹੈ। ਨਹੀਂ, ਚਲੋ ਵਰਕਰਾਂ ਨੂੰ ਪਤਾ, ਹਰੇਕ ਵਰਕਰ ਦੀ ਇੱਛਾ ਹੁੰਦੀ ਹੈ ਵੀ ਅਸੀਂ ਉੱਥੇ ਬੈਠੀਏ, ਸਾਡਾ ਬਲਾਕ ਪ੍ਰਧਾਨ ਬੈਠੇ, ਸਾਡਾ ਜ਼ਿਲ੍ਹਾ ਪ੍ਰਧਾਨ ਬੈਠੇ। ਜਦੋਂ ਜ਼ਿਲ੍ਹਾ ਪ੍ਰਧਾਨ ਹੀ ਅਸੀਂ ਡੰਮੀ ਬਣਾਉਣੇ, ਪਾਰਟੀ ਦਾ ਢਾਂਚਾ ਹੀ ਅਸੀਂ ਡੰਮੀ ਬਣਾਉਣਾ ਗਾ, ਤੇ ਸਿਰਫ ਇਸ ਚੀਜ਼ ਤੱਕ ਸੀਮਤ ਰਹਿਣਾ ਵੀ ਇੱਕ ਵਿਸ਼ੇਸ਼ ਸਥਾਨ 'ਤੇ ਉਹ ਬੰਦੇ ਹਾਜ਼ਰੀ ਲਵਾਉਣ ਤੇ ਵਿਸ਼ੇਸ਼ ਸਥਾਨ 'ਤੇ ਉਹ ਹਾਜ਼ਰੀ ਲਵਾ ਕੇ ਚਲੇ ਜਾਣ। ਦੇਖੋ ਹੁਣ ਸਾਡੇ ਕੋਲੇ ਨਗਰ ਕੌਂਸਲ ਬਰਨਾਲਾ 'ਤੇ ਵੀ ਕਾਂਗਰਸ ਕਾਬਜ ਆ, ਮਾਰਕੀਟ ਕਮੇਟੀ, ਇੰਪਰੂਵਮੈਂਟ ਟਰਸਟ, ਟਰੱਕ ਯੂਨੀਅਨ, ਸਾਰੇ ਜਗ੍ਹਾ 'ਤੇ ਕਾਂਗਰਸ ਕਾਬਜ ਆ ਗਈ। ਦਫ਼ਤਰ ਬਣਾਉਣ ਨੂੰ ਕਿੰਨਾ ਕੁ ਸਮਾਂ ਲੱਗਦਾ, ਹਾਲਤ ਦੇਖੋ ਉਹਦੀ ਕੀ ਹੈ। ਜੇ ਬੰਦੇ ਦੇ ਮਨ 'ਚ ਇੱਛਾ ਹੋਵੇ, ਜਿੰਨੀਆਂ ਕਮਾਊ ਪੋਸਟਾਂ ਨੇਗੀਆਂ, ਇੱਥੋਂ ਕੁਛ ਵੀ ਲੈ ਕੇ ਫੰਡ ਲੈ ਕੇ ਕਾਂਗਰਸ ਦਫ਼ਤਰ ਦਾ ਨਿਰਮਾਣ ਹੋ ਸਕਦਾ। ਪਰ ਨਹੀਂ ਚਾਹੁੰਦੇ ਅਸੀਂ ਵੀ ਕਾਂਗਰਸ ਵਰਕਰ ਇਕੱਠੇ ਹੋ ਕੇ ਉੱਥੇ ਵਰਕਰ ਆਪਣੀਆਂ ਦੁੱਖ ਤਕਲੀਫਾਂ ਸਾਂਝੀਆਂ ਕਰਨ ਤੇ ਇਕੱਠੇ ਹੋ ਕੇ ਕੋਈ ਵਿਕਾਸ ਦੀ ਜਾਂ ਕੋਈ ਹੋਰ ਆਪਦੀ ਪ੍ਰੋਬਲਮ ਜਾਤੀ ਤੌਰ 'ਤੇ ਉਹ ਕਰ ਸਕਣ। ਇਸ ਲਈ ਵਿਸ਼ੇਸ਼ ਵਿਅਕਤੀਆਂ ਨੇਗੇ ਉਸ ਚੀਜ਼ 'ਤੇ ਕਾਟਾ ਮਾਰ ਕੇ ਵੀ ਸਿਰਫ ਸਾਡਾ ਹੀ ਕੇਂਦਰ ਬਿੰਦੂ ਆ, ਇੱਥੇ ਹੀ ਤੁਸੀਂ ਆਉਣਾ, ਇੱਥੇ ਹੀ ਤੁਸੀਂ ਬਹਿਣਾ, ਇੱਥੇ ਹੀ ਆਪਦੀ ਚਰਚਾ ਕਰਨੀ ਹੈਗੀ। ਇਸ ਚੀਜ਼ ਕਰਕੇ ਜਿਹੜਾ ਕਾਂਗਰਸ ਦਾ ਢਾਂਚਾ ਇਹ ਖਰਾਬ ਹੋਇਆ ਪਿਆ। ਗੱਲਾਂ ਦੇ ਵਿੱਚੋਂ ਨਾ ਜਿਵੇਂ ਗੱਲ ਨਿਕਲਦੀ ਹੈ, ਤੁਸੀਂ ਇੱਕ ਜ਼ਿਕਰ ਕੀਤਾ ਟਰਾਈਡੈਂਟ ਵਾਲੇ ਰਜਿੰਦਰ ਗੁਪਤਾ ਜੀ ਦਾ, ਠੀਕ ਹੈ, ਉਹਨਾਂ ਨੇ ਸਹਿਯੋਗ ਦਿੱਤਾ, ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ। ਤੇ ਪਰ ਉਹਨਾਂ ਦੀ ਹਾਲਤ ਤਾਂ ਚੱਕਵੇਂ ਚੁੱਲ੍ਹੇ ਵਾਲੀ ਬਣੀ ਹੋਈ ਹੈ ਵੀ ਉਹ ਕਿਤੇ ਉਹ ਜੇ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਹ ਅਕਾਲੀ ਦਲ ਦੇ ਵੀ ਆਗੂ ਸੀ ਤੇ ਉਹਨਾਂ ਕੋਲੇ ਆਹੀ ਅਹੁਦਾ ਸੀ ਜਿਹੜਾ ਹੁਣ ਵਾਈਸ ਚੇਅਰਮੈਨ ਦਾ, ਤੇ ਹੁਣ ਕਾਂਗਰਸ ਦੀ ਆ ਗਈ, ਕਾਂਗਰਸ ਵਾਲੇ ਵੀ ਇਹ ਹਾਲਤਾਂ ਨੂੰ ਕੀ ਦੱਸਵੇ। ਅੱਜ ਉਹ ਕਿਹੜੀ ਥਾਂ ਤੇ ਖੜੇ ਨੇ? ਜੇ ਦੇਖੋ ਇਹਨਾਂ ਦਾ ਜਾਤੀ ਤੌਰ ਤੇ ਫੈਸਲਾ, ਪਰ ਬਰਨਾਲੇ ਦੇ ਲੋਕਾਂ ਨੂੰ, ਬਰਨਾਲੇ ਦੀਆਂ ਧਾਰਮਿਕ ਸੰਸਥਾਵਾਂ ਨੂੰ ਬਹੁਤ ਵੱਡੀ ਦੇਣ ਆ। ਜਦੋਂ ਵੀ ਕੋਈ ਬੰਦਾ ਜ਼ਰੂਰਤਮੰਦ ਉਹਨਾਂ ਦੇ ਕੋਲ ਚੱਲ ਕੇ ਗਿਆ, ਕਿਸੇ ਦੀ ਜ਼ਰੂਰਤ ਆ, ਤਾਂ ਉਹਨਾਂ ਨੇ ਕਿਸੇ ਨੂੰ ਜਵਾਬ ਨਹੀਂ ਦਿੱਤਾ। ਕਈਆਂ ਕੋਲ ਦਾ ਜਹਾਜ਼ ਵੀ ਹੈਗਾ ਪਰ ਨੀਤ ਉਹਨਾਂ ਦੀ ਸੂਈ ਦੇਣ ਜੋਗੀ ਵੀ ਨਹੀਂ ਹੈਗੀ। ਇਸ ਚੀਜ਼ ਤੋਂ ਗੁਪਤਾ ਜੀ ਨੇ ਕਿਸੇ ਨੂੰ ਅੱਖੇ ਪਰੋਖੇ ਨਹੀਂ ਕੀਤਾ। ਬਾਕੀ ਕਾਂਗਰਸ ਦੀ ਗੱਲ, ਸਰਦਾਰ ਨਵਜੋਤ ਸਿੰਘ ਸਿੱਧੂ, ਸਰਦਾਰ ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਪੰਜਾਬ ਸ਼੍ਰੀ ਵਿਜੇਂਦਰ ਸਿੰਗਲਾ ਜੀ, ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਡਟ ਕੇ ਖੜੇ ਹਾਂ। ਕਾਂਗਰਸ ਦੀ ਸਰਕਾਰ ਆਊਗੀ, ਕਾਂਗਰਸ ਦੀ ਸਰਕਾਰ ਬਣਾਵਾਂਗੇ। ਜੋ ਸਾਨੂੰ ਸੰਘਰਸ਼ ਨਹੀਂ, ਜੇ ਟਿਕਟ ਗੱਲ ਫਿਰ ਉੱਥੇ, ਜੇ ਟਿਕਟ ਹੀ ਇੱਥੇ ਕੇਵਲ ਸਿੰਘ ਢਿੱਲੋਂ ਨੂੰ ਫੇਰ ਦੇ ਸਾਰਾ ਕੁਝ ਲਿਖਿਆ ਹੋਇਆ, ਲੋਕਾਂ ਨੂੰ ਸਭ ਕੁਝ ਲੋਕ ਸਮਝਦੇ ਆ ਵੀ ਕੀ ਹੋਣਾ ਕੀ ਨਹੀਂ ਹੋਣਾ। ਅੱਛਾ, ਤੁਹਾਨੂੰ ਇਹ ਸੰਭਾਵਨਾ ਹੈ ਵੀ ਟਿਕਟ ਬਦਲੀ ਜਾਣੀ ਹੈ? ਬਿਲਕੁਲ ਜੀ, ਲੋਕਾਂ ਦੀਆਂ ਭਾਵਨਾਵਾਂ, ਵਰਕਰ ਦੀਆਂ ਭਾਵਨਾਵਾਂ ਵੀ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਹੈ ਵੀ ਉਹ ਵਰਕਰਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਣਗੇ। 2017 'ਚ ਅਸੀਂ 2400 ਵੋਟ ਤੇ ਹਾਰ ਗਏ। ਜੇ ਅਸੀਂ ਲੋਕਾਂ ਦੇ ਕੰਮ ਕੀਤੇ ਹੁੰਦੇ 2019 'ਚ ਪਾਰਲੀਮੈਂਟ ਵੇਲੇ ਤਾਂ ਸਾਡੀ ਵੋਟ ਵਧਣੀ ਚਾਹੀਦੀ। ਸਰਕਾਰ ਆਪਦੀ ਸੀ, ਸਰਕਾਰ ਆਪਦੀ ਸੀ, ਫਿਰ ਅਸੀਂ 5000 ਕ੍ਰੋਸ ਕਰ ਗਏ।
ਬਜਾਏ ਦੂਜਿਆਂ ਤੇ ਦੂਸ਼ਣ ਲਾਉਣ ਦੀ ਬਜਾਏ, ਦੂਜਿਆਂ ਤੇ ਟਿੱਕਾ ਟਿੱਪਣੀਆਂ ਕਰਨ ਦੀ ਬਜਾਏ ਇੱਕ ਜ਼ਿੰਮੇਵਾਰ ਆਗੂ ਨੂੰ ਆਪਦੇ 'ਚ ਵੀ ਬੈਠ ਕੇ ਅਵਗੁਣ ਲੱਭਣੇ ਚਾਹੀਦੇ ਆ ਵੀ ਜਿਹੜੇ ਯਾਨੀ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਲੋੜ ਹੈ। ਬਿਲਕੁਲ ਆਪਦੇ ਅਵਗੁਣ ਲੱਭਣੇ ਚਾਹੀਦੇ ਆ ਵੀ ਵਰਕਰਾਂ ਦੇ ਦੂਰ ਹੋਣ ਦਾ ਕਾਰਨ ਇੱਥੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਨ ਦਾ ਉਹ ਕੀ ਕਮੀਆਂ ਨੇਗੀਆਂ ਸੰਗਠਨ 'ਚ ਰਹੀਆਂ, ਕੀ ਮੇਰੇ 'ਚ ਕਮੀਆਂ ਰਹੀਆਂ। ਜਿੰਨਾ ਚੱਕਰ ਆਪਾਂ ਉਹ ਕਮੀਆਂ ਤੇ ਗੌਰ ਨਹੀਂ ਕਰਾਂਗੇ, ਇਹ ਵਰਕਰਾਂ ਤੇ ਲੀਡਰਾਂ ਦਾ ਫਾਸਲਾ ਜਿਹੜਾ ਪਾੜਾ ਗਾ ਇਹ ਦੋਨੋਂ ਦਿਨ ਵੱਧਦਾ ਜਾਊਗਾ ਤੇ ਗੰਭੀਰ ਰੂਪ। ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ।